ऑल इज वेल। अच्छा ਆਪਾਂ ਥਰਡ ਪਾਰਟ ਕਰਦੇ ਪਏ ਰਾਈਟ ਜੂਨ ਦਾ ਕਿੱਥੋਂ ਤੱਕ ਕਰ ਲਈ ਸੀ ਆਪਾਂ 25। चलो बच्चों अगला क्वेश्चन है who has been assigned the additional charge of डायरेक्टर जनरल ऑफ ਨੈਸ਼ਨਲ ਟੈਸਟਿੰਗ ਏਜੰਸੀ ਕਰ ਲਿਆ ਸੀ ਇਹ ਵਾਲਾ ਕਿ ਨਹੀਂ ਕੀਤਾ ਸੀ ਐਂਟੀ ਚੀਟਿੰਗ ਲਾਅ ਕੀਤਾ ਸੀ ਰਾਈਟ ਤਾਂ ਨੈਸ਼ਨਲ ਟੈਸਟਿੰਗ ਏਜੰਸੀ ਉਹੀ ਹੈ ਬੱਚੋ ਜਿਹੜੀ ਤੁਹਾਡੇ ਐਗਜ਼ਾਮਸ ਲੈਂਦੀ ਹੈ ਠੀਕ ਹੈ ਤਾਂ ਜਿਵੇਂ ਤੁਸੀਂ ਨੀਟ ਦਾ ਐਗਜ਼ਾਮ ਦੇਖਿਆ ਹਨਾ ਤਾਂ ਸਾਰਾ ਨੈਸ਼ਨਲ ਟੈਸਟਿੰਗ ਏਜੰਸੀ ਲੈਂਦੀ ਹੈ ਇਹ ਪੁੱਛਿਆ ਗਿਆ ਕਿ ਹੁਣ ਇਹਦੇ ਨਵੇਂ ਡਾਇਰੈਕਟਰ ਜਨਰਲ ਕਿਹਨੂੰ ਅਪਾਇੰਟ ਕੀਤਾ ਗਿਆ ਪਤਾ ਕੁਛ ਬੱਚੋ नहीं चलो प्रदीप सिंह खलोरा लिखो खरोला प्रदीप सिंह खरोला हैज बीन अपॉइंटेड एज द नेक्स्ट या एडिशनल डायरेक्टर जनरल ऑफ द एनटीए ठीक है सुबोध कुमार ਨੂੰ ਹਟਾਇਆ ਗਿਆ ਸੀਗਾ ਚੀਟਿੰਗ ਦੇ ਕਰਕੇ ਜਿਹੜੀ ਕਫਲਾ ਹੋਇਆ ਸੀਗਾ ਠੀਕ ਹੈ ਉਹਨਾਂ ਦੀ ਜਗ੍ਹਾ ਇਹਨਾਂ ਨੂੰ ਲੈ ਕੇ ਆਇਆ ਗਿਆ ਤਾਂ ਅਗਲਾ ਕੁਐਸਚਨ ਹੈ ਬੱਚੋ ਪੀਐਮ ਕਾਲਜ ਆਫ ਐਕਸੀਲੈਂਸ ਸਕੀਮ ਜਿਹੜੀ ਹੈਗੀ ਹੈ ਕਿਹੜੀ ਸਟੇਟ ਦੀ ਹੈ ਬਹੁਤ ਇੰਪੋਰਟੈਂਟ ਹੈ ਜਿਵੇਂ ਆਪਣੇ ਪੰਜਾਬ ਗਵਰਨਮੈਂਟ ਸਕੀਮ ਲੈ ਕੇ ਆਈ ਸੀ ਸਕੂਲ ਆਫ ਐਮੀਨੈਂਸ ਹੈ ਨਾ ਉਵੇਂ ਹੀ ਇੱਕ ਸਟੇਟ ਸਕੀਮ ਲੈ ਕੇ ਆਈ ਹੈ ਕਾਲਜ ਆਫ ਐਕਸੀਲੈਂਸ ਜਿਹਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇੱਕ ਕਾਲਜ ਖੋਲ੍ਹਿਆ ਜਾਏਗਾ ਠੀਕ ਹੈ ਜਿਵੇਂ ਪੰਜਾਬ 'ਚ ਹਰ ਡਿਸਟ੍ਰਿਕਟ ਦੇ ਸਕੂਲ ਖੋਲ੍ਹਣ ਦੀ ਗੱਲ ਕੀਤੀ ਸੀ ਸਕੂਲ ਆਫ ਐਮੀਨੈਂਸ ਤੇ ਇਹ ਹੈਗੀ ਕਾਲਜ ਆਫ ਐਕਸੀਲੈਂਸ ਸੇਮ ਮਾਡਲ ਦੇ ਉੱਪਰ ਤਾਂ ਕਿਹੜੀ ਸਰਕਾਰ ਹੈ ਜਿਨ੍ਹਾਂ ਨੇ ਇਹ ਸ਼ੁਰੂ ਕੀਤੇ ਆ ਰਾਜਸਥਾਨ ਹਾਂਜੀ ਮੱਧ ਪ੍ਰਦੇਸ਼ ਇਜ਼ ਦਾ ਰਾਈਟ ਆਂਸਰ ਤਾਂ ਮੱਧ ਪ੍ਰਦੇਸ਼ ਨੇ ਇਹ ਸਕੀਮ ਸਟਾਰਟ ਕੀਤੀ ਹੈ ਜਿਹਦੇ ਵਿੱਚ 55 ਡਿਸਟ੍ਰਿਕਟ ਦੇ ਵਿੱਚ ਠੀਕ ਹੈ ਮੱਧ ਪ੍ਰਦੇਸ਼ 'ਚ 55 ਜ਼ਿਲ੍ਹੇ ਹੈ ਤੇ 55 ਦੇ 55 ਜ਼ਿਲ੍ਹਿਆਂ ਦੇ ਵਿੱਚ ਇੱਕ ਕਾਲਜ ਆਫ ਐਕਸੀਲੈਂਸ ਬਣੇਗਾ ਕਲੀਅਰ ਮੱਧ ਪ੍ਰਦੇਸ਼ ਬਾਰੇ ਪਤਾ ਹੋਣਾ ਚਾਹੀਦਾ ਸਾਰਾ ਕੁਝ ਨੈਕਸਟ ਬੱਚੋ ਆ ਬਹੁਤ ਇੰਪੋਰਟੈਂਟ ਕਰੰਟ ਅਫੇਅਰ ਹੈ ਕਿਹੜੀ ਸਿਟੀ ਨੂੰ ਇੰਡੀਆਜ਼ ਦੀ ਫਰਸਟ ਯੂਨੈਸਕੋ ਸਿਟੀ ਆਫ ਲਿਟਰੇਚਰ ਦਾ ਅਵਾਰਡ ਮਿਲਿਆ ਪਹਿਲੀ ਸਿਟੀ ਬਣੀ ਹੈ ਸਿਟੀ ਆਫ ਲਿਟਰੇਚਰ ਤਾਂ ਬਹੁਤ ਇੰਪੋਰਟੈਂਟ ਹੈ यूनेस्को फर्स्ट सिटी ऑफ लिटरेचर विच सिटी हैज बिकम इंडियाज फर्स्ट यूनेस्को सिटी ऑफ लिटरेचर पता है बच्चों केड़ी है कोझिकोडे ठीक है तो कोझिकोडे ਨੂੰ ਮਿਲਿਆ ਹੈ ਫਸਟ ਸਿਟੀ ਬਣੀ ਹੈ ਤਾਂ ਇੰਪੋਰਟੈਂਟ ਹੈ ਵਰਲਡ ਦੇ ਵਿੱਚ ਟੋਟਲ 300 ਸਿਟੀਜ਼ ਹੈ ਜਿੰਦੇ ਵਿੱਚੋਂ ਆਪਣੀ ਕੋਝਿਕੋਡੇ ਇੱਕ ਬਣੀ ਹੈ ਠੀਕ ਹੈ ਤਾਂ ਕੋਝਿਕੋਡੇ ਕੇਰਲਾ ਵਿੱਚ ਹੈ ਪਤਾ ਤੁਹਾਨੂੰ ਸਾਰਿਆਂ ਨੂੰ ਅਗਲਾ ਹੈਗਾ who has been appointed as the leader of house in Rajya Sabha ਹਾਂਜੀ ਜੇਪੀ ਨੱਡਾ ਹੈਜ਼ ਬੀਨ ਅਪਾਇੰਟਡ ਐਜ਼ ਦਾ ਲੀਡਰ ਆਫ ਦਾ ਹਾਊਸ ਤਾਂ ਮੈਂ ਤੁਹਾਨੂੰ ਸਮਝਾਇਆ ਸੀ ਨਾ ਦੇਖੋ ਇੱਕ ਲੀਡਰ ਆਫ ਦੇਖੋ ਇੱਕ ਲੀਡਰ ਆਫ ਲੋਕ ਸਭਾ ਹੁੰਦਾ ਇੱਕ ਲੀਡਰ ਆਫ ਰਾਜ ਸਭਾ ਲੀਡਰ ਆਫ ਲੋਕ ਸਭਾ ਦੇ ਲੀਡਰ ਹੁੰਦੇ ਆ ਇੱਕ ਲੀਡਰ ਆਫ ਰਾਜ ਸਭਾ ਹੁੰਦੇ ਆ ਦੇਖੋ ਪਹਿਲੀ ਪ੍ਰਾਇੋਰਟੀ ਹੁੰਦੀ ਹੈ ਪ੍ਰਾਈਮ ਮਿਨਿਸਟਰ ਦੀ ਕੋਈ ਵੀ ਹਾਊਸ 'ਚ ਜੇ ਪ੍ਰਾਈਮ ਮਿਨਿਸਟਰ ਉਸ ਹਾਊਸ ਦਾ ਮੈਂਬਰ ਹੈ ਤਾਂ ਆਟੋਮੈਟਿਕਲੀ ਹੀ ਇਜ਼ ਦਾ ਲੀਡਰ ਆਫ ਦਾ ਹਾਊਸ ਅਗਰ ਪ੍ਰਾਈਮ ਮਿਨਿਸਟਰ ਉਸ ਹਾਊਸ ਦਾ ਮੈਂਬਰ ਨਹੀਂ ਹੈਗਾ ਤਾਂ ਕਿਸੇ ਅਦਰ ਮਿਨਿਸਟਰ ਨੂੰ ਨੋਮੀਨੇਟ ਕਰ ਸਕਦਾ ਠੀਕ ਹੈ ਤਾਂ ਜਿਹੜੇ ਤੁਹਾਡੇ ਜੇਸ਼ਾ ਹੈ ਸੌਰੀ ਜੇਪੀ ਨੱਡਾ ਇਹਨਾਂ ਨੂੰ ਨੋਮੀਨੇਟ ਕੀਤਾ ਗਿਆ ਐਜ਼ ਅ ਲੀਡਰ ਆਫ ਦਾ ਹਾਊਸ ਆਫ ਰਾਜ ਸਭਾ ਕਿਉਂਕਿ ਪ੍ਰਾਈਮ ਮਿਨਿਸਟਰ ਕਿਸ ਤੋਂ ਲੋਕ ਸਭਾ ਤੋਂ ਹੈ ਠੀਕ ਹੈ ਇਸ ਕਰਕੇ ਜੇਪੀ ਨੱਡਾ ਤੁਹਾਡੇ ਰਾਜ ਸਭਾ ਦੇ ਲੀਡਰ ਆਫ ਦਾ ਹਾਊਸ ਬਣੇ ਹੈ ਕਲੀਅਰ ਹੋਇਆ ਤਾਂ ਜੇਪੀ ਨੱਡਾ ਯਾਦ ਰੱਖਣਾ ਰਾਜ ਸਭਾ ਦੇ ਮੈਂਬਰ ਹੈ ਲੋਕ ਸਭਾ ਦੇ ਮੈਂਬਰ ਨਹੀਂ ਹੈਗੇ ਠੀਕ ਹੈ ਤਾਂ ਇੰਪੋਰਟੈਂਟ ਹੈ ਗੁਜਰਾਤ ਤੋਂ ਦਿੱਤੇ ਹੈ ਜੇਪੀ ਨੱਡਾ ਹਾਂ ਗੁਜਰਾਤ ਤੋਂ ਹੈ ਯਾਦ ਰੱਖ ਗੁਜਰਾਤ ਦੀ ਇਹਨਾਂ ਦੀ ਕਨਸਟੀਟੈਂਸੀ ਗੁਜਰਾਤ ਸੀਗੀ ਰਾਜ ਸਭਾ ਚ ਗੁਜਰਾਤ ਤੋਂ ਸਿਲੈਕਟ ਹੋ ਕੇ ਆਇਆ ਹੈ ਠੀਕ ਹੈ ਇਲੈਕਟ ਹੋ ਕੇ ਆਏ ਹਾਂ he has been elected from Gujarat constituency next time India's first coal gasification pilot project बहुत important current affair है India's first coal gasification pilot project is launched in which state of India हाँ जी झारखंड या उड़ीसा हाँ जी
ਤਾਂ ਬੱਚੋ ਕਿੱਥੇ ਆਊਗਾ? झारखंड, ਠੀਕ ਹੈ। ਤਾਂ झारखंड ਦੇ ਵਿੱਚ ਕੋਲ ਮਾਈਨ झरिया ਪੜ੍ਹਿਆ ਹੋਇਆ ਤੁਸੀਂ, ਰਾਈਟ? ਤਾਂ ਇੰਪੋਰਟੈਂਟ ਹੈ। ਤਾਂ झारखंड ਦੇ ਵਿੱਚ ਆਪਾਂ ਸਿਸਟਮ ਸ਼ੁਰੂ ਕਰ ਰਹੇ ਹਾਂ ਕਿ ਕੋਲ ਨੂੰ ਮਾਈਨ ਨਹੀਂ ਕੀਤਾ ਜਾਊਗਾ, ਬਲਕਿ ਕੋਲ ਨੂੰ ਮਾਈਨ ਦੇ ਅੰਦਰ ਹੀ, ਵਿੱਚ ਹੀ ਉਹਦੀ ਗੈਸੀਫਿਕੇਸ਼ਨ ਕਰ ਦਿੱਤੀ ਜਾਊਗੀ। ਅੱਛਾ, ਕੋਲ ਗੈਸੀਫਿਕੇਸ਼ਨ ਇੱਕ ਪ੍ਰੋਸੈਸ ਹੁੰਦਾ ਹੈ, ਜਿਹਦੇ 'ਚ ਕੋਲ ਨੂੰ ਬਹੁਤ ਹਾਈ ਟੈਂਪਰੇਚਰ ਤੇ ਕੰਟਰੋਲਡ ਆਕਸੀਜਨ ਦੇ ਨਾਲ ਨਾ, ਵਾਹਵਾ ਹਾਈ ਟੈਂਪਰੇਚਰ ਤੇ ਉਹਨੂੰ ਆਕਸੀਜਨ ਕੰਟਰੋਲਡ ਸਪਲਾਈ ਕਰਕੇ ਉਹਨੂੰ ਸਿਨ ਗੈਸ 'ਚ ਕਨਵਰਟ ਕੀਤਾ ਜਾਂਦਾ ਹੈ। ਸਿਨ ਗੈਸ ਹੁੰਦੀ ਹੈ ਇੱਕ, ਸਿਨ ਗੈਸ ਦੇ ਵਿੱਚ ਸਾਰਾ ਕੁਛ ਹੁੰਦਾ, ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਕਾਫੀ ਸਾਰੀ ਗੈਸਿਸ ਦਾ ਮਿਕਸਚਰ ਹੁੰਦੀ ਹੈ ਸਿਨ ਗੈਸ। ਉਸ ਤੋਂ ਆਪਾਂ ਸਾਰਾ ਕੁਛ ਬਣਾਉਂਦੇ ਹਾਂ, ਫਰਟੀਲਾਈਜ਼ਰਸ ਵਗੈਰਾ, ਪੈਸਟੀਸਾਈਡਸ, ਇਹ ਸਾਰਾ ਕੁਛ ਉਸ ਤੋਂ ਬਣ ਜਾਂਦਾ ਹੈ। ਤਾਂ ਹੁਣ ਇਸ ਲਈ ਕੋਲ ਦੀ ਮਾਈਨ ਕਰਨ ਦੀ ਲੋੜ ਨਹੀਂ ਪੈਂਦੀ, ਠੀਕ ਹੈ। ਇਸ ਨਾਲ ਆਪਾਂ ਕੀ ਕਰ ਸਕਦੇ ਹਾਂ, ਕੋਲ ਨੂੰ ਅੰਦਰ ਹੀ, ਮਾਈਨ ਦੇ ਅੰਦਰ ਹੀ ਉਹਨੂੰ ਆਪਾਂ ਐਕਸਟ੍ਰੈਕਟ ਕਰ ਸਕਦੇ ਹਾਂ ਗੈਸ ਵਗੈਰਾ ਦੇ ਫਾਰਮ 'ਚ, ਠੀਕ ਹੈ। ਤਾਂ ਸਿਨ ਗੈਸ ਕੱਢ ਸਕਦੇ ਹਾਂ ਸਿੱਧੀ। ਹੁਣ ਕੋਲ ਨੂੰ ਮਾਈਨ ਕਰਦੇ ਹਾਂ ਤਾਂ ਥੋੜਾ ਡਿਫੀਕਲਟ ਪ੍ਰੋਸੈਸ ਹੁੰਦਾ ਹੈ। ਕੋਲ ਮਾਈਨਿੰਗ ਤੋਂ ਬੈਟਰ ਹੈ ਕਿ ਉਹਦੀ ਸਿਨ ਗੈਸ ਬਣਾ ਲਓ, ਉਹਨੂੰ ਐਕਸਟ੍ਰੈਕਟ ਕਰ ਲਓ, ਉਸ ਤੋਂ ਤੁਸੀਂ ਸਾਰਾ ਕੁਝ ਬਣਾਈ ਜਾਓ। ਕੋਲ ਗੈਸੀਫਿਕੇਸ਼ਨ ਪਤਾ ਹੋਣਾ ਚਾਹੀਦਾ ਹੈ, ਇੰਪੋਰਟੈਂਟ। ਵਟ ਇਜ਼ ਕੋਲ ਗੈਸੀਫਿਕੇਸ਼ਨ? ਤਾਂ ਮੈਂ ਉਹਦੇ ਵਿੱਚ ਐਡ ਵੀ ਕੀਤਾ, ਵਟ ਇਜ਼ ਕੋਲ ਗੈਸੀਫਿਕੇਸ਼ਨ। ਦੇਖੋ ਬੱਚੋ, ਕੋਲ ਗੈਸੀਫਿਕੇਸ਼ਨ ਕੀ ਹੁੰਦਾ ਹੈ? ਕੋਲ ਨੂੰ ਸਿੰਥੈਟਿਕ ਗੈਸ, ਜਿਹਨੂੰ ਆਪਾਂ ਸਿਨ ਗੈਸ ਕਹਿੰਦੇ ਆ, ਉਹਦੇ 'ਚ ਕਨਵਰਟ ਕਰ ਦੇਣਾ, ਠੀਕ ਹੈ। ਤਾਂ ਉਹਦੇ 'ਚ ਕਿਹੜੀ-ਕਿਹੜੀ ਗੈਸਿਸ ਆ ਜਾਂਦੀਆਂ? ਕਾਰਬਨ ਮੋਨੋਆਕਸਾਈਡ, ਹਾਈਡਰੋਜਨ, ਕਾਰਬਨ ਡਾਈਆਕਸਾਈਡ, ਮੀਥੇਨ ਤੇ ਵਾਟਰ ਵੈਪਰ। ਤਾਂ ਕਈ ਵਾਰੀ ਪੁੱਛ ਲੈਂਦੇ ਆ ਵੀ ਸਿਨ ਗੈਸ ਕਿਹਦਾ-ਕਿਹਦਾ ਕੰਬੀਨੇਸ਼ਨ ਹੁੰਦੀ ਹੈ, ਤਾਂ ਯਾਦ ਰੱਖਣਾ ਹੈ, ਸਾਇੰਸ ਦਾ ਕੁਐਸਚਨ ਆ ਜਾਂਦਾ। ਤਾਂ ਸਿਨ ਗੈਸ 'ਚ ਕਾਰਬਨ ਜਾਂ ਇਹ ਪੁੱਛ ਲੈਂਦੇ ਨੇ ਵਿੱਚੋਂ ਕਿਹੜਾ ਹੈ ਜਿਹੜਾ ਸਿਨ ਗੈਸ 'ਚ ਨਹੀਂ ਦੇਖਣ ਨੂੰ ਮਿਲੂਗਾ। ਤਾਂ ਤੁਹਾਨੂੰ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ, ਠੀਕ ਹੈ। ਤਾਂ ਸਿਨ ਗੈਸ ਇਹਨਾਂ ਸਾਰਿਆਂ ਤੋਂ ਮਿਲ ਕੇ ਬਣਦੀ ਹੈ। ਤਾਂ ਕੋਲ ਨੂੰ ਹਾਈ ਟੈਂਪਰੇਚਰ ਤੇ ਰਿਐਕਟ ਕਰਾਇਆ ਜਾਂਦਾ ਕੰਟਰੋਲ ਆਕਸੀਜਨ ਦੇ ਨਾਲ, ਠੀਕ ਹੈ। ਤਾਂ ਫਿਰ ਤੁਹਾਡੀ ਆਹ ਸਿਨ ਗੈਸ ਬਣਦੀ ਹੈ। ਤਾਂ ਫਿਰ ਤੁਹਾਨੂੰ ਆਹ ਪਤਾ ਸਾਰਾ ਕੁਝ ਬਣਦਾ ਨਾ, ਫਿਊਲ, ਫਰਟੀਲਾਈਜ਼ਰ, ਸਾਰਾ ਕੁਝ ਸਿੰਥੈਟਿਕ ਮਟੀਰੀਅਲਸ ਆਪਾਂ ਇਹਨਾਂ ਤੋਂ ਬਣਾ ਸਕਦੇ ਹਾਂ। ਨੈਕਸਟ ਹੈ ਬੱਚੋ, ਵਰਲਡ ਕਰਾਫਟ ਸਿਟੀ। ਕਿਹੜੀ ਸਿਟੀ ਨੂੰ ਦਰਜਾ ਮਿਲਿਆ ਹੈ? ਦੇਖੋ, ਦੋ ਤਿੰਨ ਸਿਟੀਆਂ ਬਹੁਤ ਇੰਪੋਰਟੈਂਟ ਹੋਈਆਂ ਪਈਆਂ। ਇਹ ਵੀ ਵਰਲਡ ਕਰਾਫਟ, ਸ਼੍ਰੀਨਗਰ। ਤਾਂ ਸ਼੍ਰੀਨਗਰ ਨੂੰ ਵਰਲਡ ਕਰਾਫਟ ਸਿਟੀ ਦਾ ਦਰਜਾ ਮਿਲਿਆ, ਬਿਲਕੁਲ ਸਹੀ ਹੈ। ਜਿੱਥੋਂ ਦਾ ਆਰਟ ਐਂਡ ਕਰਾਫਟ ਨੂੰ ਮਤਲਬ ਦਰਜਾ ਦੇਣ ਵਾਸਤੇ ਨਾ, ਪ੍ਰੀਜ਼ਰਵ ਕਰਨ ਵਾਸਤੇ ਰੱਖਿਆ ਜਾਂਦਾ, ਦੈਟ ਇਜ਼ ਉਹਨੂੰ ਦਰਜਾ ਦਿੱਤਾ ਜਾਂਦਾ ਵਰਲਡ ਕਰਾਫਟ ਸਿਟੀ, ਠੀਕ ਹੈ। ਤਾਂ ਵਰਲਡ ਕਰਾਫਟ ਕਾਉਂਸਿਲ, ਇਹ ਵੀ ਯੂਨੈਸਕੋ ਦੀ ਇੱਕ ਸਬਸਿਡਰੀ ਹੀ ਹੈ, ਠੀਕ ਹੈ। ਕੁਵੈਤ ਬੇਸ ਹੈ ਇਹ ਆਰਗੇਨਾਈਜੇਸ਼ਨ, ਤਾਂ ਕੁਵੈਤ ਵਿੱਚ ਇਹਨਾਂ ਦਾ ਹੈੱਡਕੁਆਰਟਰ ਹੈ ਤਾਂ ਇਸ ਟਾਈਮ। ਤਾਂ ਉਹਨਾਂ ਦੇ ਦੁਆਰਾ ਇਹ ਦਰਜਾ ਦਿੱਤਾ ਜਾਂਦਾ, ਕਲੀਅਰ। ਤਾਂ ਸ਼੍ਰੀਨਗਰ ਨੂੰ ਆਪਾਂ ਬਣਾਇਆ, ਕੋਜ਼ੀਕੋਡ ਨੂੰ ਲਿਟਰੇਚਰ ਸਿਟੀ ਬਣਾਇਆ, ਠੀਕ ਹੈ। ਇਹ ਦੋ ਸਿਟੀਆਂ ਨੂੰ ਇੰਪੋਰਟੈਂਟ ਯਾਦ ਰੱਖਣਾ ਹੈ, ਕਲੀਅਰ। ਨੈਕਸਟ ਹੈ, ਪਹਿਲੀ ਇੰਡੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਨੀਵਰਸਿਟੀ ਬਣਾਈ ਗਈ ਹੈ, AI ਯੂਨੀਵਰਸਿਟੀ, ਜਿਹਦਾ ਨਾਮ ਹੈ ਯੂਨੀਵਰਸਲ AI ਯੂਨੀਵਰਸਿਟੀ। ਉਹਦੇ ਵਾਈਸ ਚਾਂਸਲਰ ਕੌਣ ਬਣੇ ਆ? ਹੂ ਹੈਜ਼ ਬੀਨ ਅਪਾਇੰਟਡ ਐਜ਼ ਦਾ ਵਾਈਸ ਚਾਂਸਲਰ ਆਫ ਇੰਡੀਆਜ਼ ਫਸਟ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਨੀਵਰਸਿਟੀ, ਜਿਹਦਾ ਨਾਮ ਹੈ ਯੂਨੀਵਰਸਲ AI ਯੂਨੀਵਰਸਿਟੀ। ਹਾਂਜੀ, ਹੂ ਹੈਜ਼ ਬੀਨ ਅਪਾਇੰਟਡ ਐਜ਼ ਦਾ ਵਾਈਸ ਚਾਂਸਲਰ, ਕੌਣ ਬਣੇ ਬੱਚੋ? ਹਾਂਜੀ, ਸਾइमन मैक। साइमन मैक बने हैं, एंड साइमन मैक इज द फर्स्ट फॉरेनर टू बी डीम्ड एज ए वाइस चांसलर, ठीक है, ऑफ इंडियन यूनिवर्सिटी। इंपॉर्टेंट है, साइमन मैक बने हैं, तो फर्स्ट नॉन इंडियन है जो कदे वाइस चांसलर की पोजीशन संभाली इन्होंने, ठीक है, AI फील्ड ਦੇ ਵਿੱਚ। तो याद रखना है साइमन मैक, ठीक है। तो याद रखना है, मुंबई च बनी आती है यूनिवर्सिटी, मुंबई च, बेस्ड इन मुंबई, UIAI। अच्छा, उल्लास स्कीम बहुत इंपॉर्टेंट स्कीम है, केड़ी स्टेट दी है उल्लास? According to Ullas scheme, who is primarily targeted for empowerment? C. Adults age 15 and who have missed formal schooling। ਤਾਂ ਲਦਾਖ ਨੇ ਮਾਡਲ ਚਲਾਇਆ ਸੀਗਾ ਸਕੀਮ ਦਾ, ਜਿੰਦੇ ਵਿੱਚ ਜਿਹੜੇ ਬੱਚਿਆਂ ਨੇ ਮਤਲਬ ਐਜੂਕੇਸ਼ਨ ਸਕਿਪ ਕਰਤੀ ਸੀ, ਹਨਾ, ਤਾਂ ਉਹਨਾਂ ਨੂੰ ਦੁਬਾਰਾ ਉਹਨਾਂ ਦਾ empowerment ਕੀਤਾ ਜਾ ਰਿਹਾ, ਐਜੂਕੇਸ਼ਨ ਦੇ ਵਿੱਚ ਲੈ ਕੇ ਆਇਆ ਜਾ ਰਿਹਾ। ਜਿਹੜੇ 15 ਸਾਲ ਤੋਂ ਉੱਪਰ ਦਾ ਯੂਥ ਹੈ, ਠੀਕ ਹੈ, ਜਿਨ੍ਹਾਂ ਨੇ ਫਾਰਮਲ ਸਕੂਲਿੰਗ ਨੂੰ ਮਿਸ ਕੀਤਾ, ਤਾਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਕੀਮ ਦੇ ਅੰਦਰ। ਤਾਂ ਲਿਟਰੇਸੀ ਕੰਪੇਨ ਇੱਕ ਤਰ੍ਹਾਂ ਦੀ ਹੈ, ਠੀਕ ਹੈ। ਤਾਂ ਜਿਹਨੂੰ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਵੀ ਕਿਹਾ ਗਿਆ। ਉल्लास ਸਕੀਮ ਨੋਨ ਐਜ਼ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ, ਠੀਕ ਹੈ। ਤਾਂ ਲਦਾਖ ਦੀ ਅਚੀਵਮੈਂਟ ਆਪਾਂ ਨੂੰ ਬਹੁਤ ਵਧੀਆ ਲੱਗੀ ਇਸ ਚੋਂ। ਹੁਣ ਆਪਾਂ ਨੂੰ ਫੁੱਲ ਸਕੇਲ ਤੇ ਲਾਂਚ ਕਰਨ ਦੀ ਗੱਲ ਕਰਦੇ ਪਏ ਹਾਂ, ਪੂਰੇ ਪੈਨ ਇੰਡੀਆ ਲੈਵਲ ਤੇ, ਕਲੀਅਰ। ਨੈਕਸਟ ਹੈ ਬੱਚੋ, 64th ਇੰਟਰਨੈਸ਼ਨਲ ਸ਼ੂਗਰ ਆਰਗੇਨਾਈਜੇਸ਼ਨ ਕਾਉਂਸਿਲ ਦੀ ਮੀਟਿੰਗ ਕਿੱਥੇ ਹੋਈ ਹੈ? ਹਾਂਜੀ, ਨਿਊ ਦਿੱਲੀ, ਬਿਲਕੁਲ ਸਹੀ ਹੈ। ਤਾਂ ਨਿਊ ਦਿੱਲੀ ਇਜ਼ ਦਾ ਰਾਈਟ ਆਂਸਰ, ਕਿ ਨਿਊ ਦਿੱਲੀ ਦੇ ਵਿੱਚ ਹੋਈ ਹੈ। ਲਿਖ ਦੋ, 64th ਇੰਟਰਨੈਸ਼ਨਲ ਸ਼ੂਗਰ ਆਰਗੇਨਾਈਜੇਸ਼ਨ ਕਾਉਂਸਿਲ ਮੀਟਿੰਗ ਹੈਲਡ ਐਟ ਭਾਰਤ ਮੰਡਪਮ, ਨਿਊ ਦਿੱਲੀ। ਬੱਚੋ, ਲਾਰਜੈਸਟ ਪ੍ਰੋਡਿਊਸਰ ਆਫ ਸ਼ੂਗਰ ਕੌਣ ਹੈ ਦੁਨੀਆ 'ਚ?
वर्ल्ड च ब्राजील। ब्राजील इज द वर्ल्ड लार्जेस्ट प्रोड्यूसर एंड एक्सपोर्टर ऑफ शुगर। ठीक है, एक्सपोर्ट भी सबसे ज्यादा ब्राजील ही करता है। इंडिया इज द लार्जेस्ट प्रोड्यूसर एंड कंज्यूमर ऑफ शुगर। ਕੰਜ਼ਿਊਮਰ ਤੇ ਪ੍ਰੋਡਿਊਸਰ ਸਭ ਤੋਂ ਜੇ ਦੇਖਿਆ ਜਾਵੇ, ਪ੍ਰੋਡਿਊਸਰ ਵੀ ਤੇ ਕੰਜ਼ਿਊਮਰ ਦੋਨੋਂ ਇਕੱਠਾ ਵੇਖਿਆ ਜਾਵੇ ਤਾਂ ਇੰਡੀਆ ਹੈ। ਇੰਡੀਆ ਦੀ ਸਟੇਟ ਯਾਦ ਰੱਖਣੀ ਹੈ, ਮਹਾਰਾਸ਼ਟਰ ਹੈ ਜਿਹੜੀ ਸਭ ਤੋਂ ਜ਼ਿਆਦਾ ਸ਼ੂਗਰ ਬਣਾਉਂਦੀ ਹੈ। ਠੀਕ ਹੈ, ਸ਼ੂਗਰ ਕੇਨ ਸਭ ਤੋਂ ਜ਼ਿਆਦਾ ਯੂਪੀ ਦੇ ਵਿੱਚ ਹੁੰਦਾ, ਮੈਂ ਤੁਹਾਨੂੰ ਦੱਸਿਆ ਸੀਗਾ। ਬੱਚੋ ਕਿਹੜੀ ਸਟੇਟ ਨੇ ਹੁਣੇ ਮਤਲਬ ਸੈਂਟਰ ਨੂੰ ਰਿਕੁਐਸਟ ਕੀਤੀ ਹੈ ਕਿ ਸਾਡੀ ਸਟੇਟ ਦਾ ਨਾਮ ਚੇਂਜ ਕੀਤਾ ਜਾਵੇ? ਕੇਰਲਾ। ਕੇਰਲਾ ਨੇ ਰਿਕੁਐਸਟ ਕੀਤੀ ਹੈ, ਪਹਿਲਾਂ ਵੀ ਹੋਈ ਸੀ ਇੱਕ ਵਾਰ, ਉਹ ਤੋਂ ਰਿਜੈਕਟ ਕਰਤੀ, ਸੈਂਟਰ ਨੇ ਮੰਨੀ ਨਹੀਂ। ਤਾਂ ਹੁਣ ਫੇਰ ਇਹਨਾਂ ਦੇ ਚੀਫ ਮਿਨਿਸਟਰ ਜਿਹੜੇ ਹੈ ਨਾ ਵਿਜਨ ਪਨੀਰਾਈ ਵਿਜਨ, ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਸਾਡੀ ਸਟੇਟ ਦਾ ਨਾਮ ਫਰੋਮ ਕੇਰਲਾ ਟੂ ਕੇਰਲਮ ਹੋ ਜਾਏ, ਕੇਰਲਮ ਕਰਨ ਦੀ ਗੱਲ ਕੀਤੀ ਹੈ। ਠੀਕ ਹੈ, ਕੇਰਲਾ ਦੀ ਅਸੈਂਬਲੀ ਨੇ ਪਾਸ ਕੀਤਾ ਰੈਜ਼ੋਲੂਸ਼ਨ ਕਿ ਕੇਰਲਾ ਦਾ ਨਾਮ ਕੇਰਲਮ ਰੱਖਿਆ ਜਾਵੇ। ਠੀਕ ਹੈ, ਮੈਂ ਤੁਹਾਨੂੰ ਦੱਸਿਆ 2023 ਚ ਵੀ ਇਹੋ ਜਿਹੀ ਰਿਕੁਐਸਟ ਆਈ ਸੀ, ਬਟ ਪਾਰਲੀਮੈਂਟ ਨੇ ਕੋਈ ਐਕਸ਼ਨ ਨਹੀਂ ਲਿਆ ਸੀ, ਉਸ ਤੇ ਨਹੀਂ ਮੰਨੀ ਸੀ ਇਹਨਾਂ ਦੀ ਗੱਲ। ਬੱਚੋ ਇੰਡੀਆ ਨੇ ਅੰਡਰ 17 ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਜਿਹੜੀ ਹੋਈ ਹੈ, ਉਹਦੇ ਵਿੱਚ ਕਿੰਨੇ ਮੈਡਲ ਜਿੱਤੇ ਆ? ਹਾਂਜੀ, ਕਿੰਨੇ ਮੈਡਲ ਜਿੱਤੇ ਆ? ਹਾਊ ਮੈਨੀ ਮੈਡਲਸ ਇੰਡੀਆ ਵਨ ਐਟ ਦਾ ਅੰਡਰ 17 ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ 2024? ਬੱਚੋ 11 ਆंसर ਹੈ, ਯਾਦ ਰੱਖਣਾ। 11 ਮੈਡਲ ਆਏ ਆਪਾਂ ਨੂੰ, 4 골ਡ ਆਏ ਆ, 2 ਸਿਲਵਰ ਆਏ ਆ, 5 ਬ੍ਰੌਂਜ਼ ਆਏ ਆ। ਤਾਂ ਹੋ ਕਿੱਥੇ ਰਿਹਾ ਇਹ? ਜਾਰਡਨ ਦੀ ਕੈਪੀਟਲ ਅਮਨ ਦੇ ਵਿੱਚ। ਠੀਕ ਹੈ, ਆ ਚੈਂਪੀਅਨਸ਼ਿਪ ਜਾਰਡਨ ਚ ਹੋਈ ਜਾਂਦੀ ਹੈ, ਇਹ ਯਾਦ ਰੱਖਣਾ। ਕਲੀਅਰ? ਮੈਡਲ ਨਹੀਂ ਯਾਦ ਰੱਖੀਦੇ ਹੁੰਦੇ, ਬਸ ਇਹ ਯਾਦ ਰੱਖੀਦਾ ਹੋ ਕਿੱਥੇ ਰਿਹਾ। ਮੈਡਲ ਸਿਰਫ ਆਪਾਂ 올림픽 ਕਾਮਨਵੈਲਥ ਇਹਨਾਂ ਦੇ ਯਾਦ ਰੱਖੀਦੇ ਹੁੰਦੇ ਆ। ਜਦ recently who became the first Indian table tennis player to win a world table tennis contender single title 2024? ਆ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਤਾਂ ਸ਼੍ਰੀਜਾ ਅਕੁਲਾ ਯਾਦ ਰੱਖਣਾ ਨਾਮ, ਬਹੁਤ ਇੰਪੋਰਟੈਂਟ ਨਾਮ ਹੈ। ਸਾਇਨਾ ਨੇਹਵਾਲ ਬੈਡਮਿੰਟਨ ਦੇ ਆ। ਠੀਕ ਹੈ, ਮਨਿਕਾ ਬੱਤਰਾ ਵੀ ਟੇਬਲ ਟੈਨਿਸ ਦੇ ਆ। ਸਾਨੀਆ ਮਿਰਜ਼ਾ ਇਹ ਕਿਹੜੇ ਪਲੇਅਰ ਹੈ? ਟੈਨਿਸ ਦੇ ਪਲੇਅਰ ਹੈ। ਠੀਕ ਹੈ, ਤਾਂ ਟੇਬਲ ਟੈਨਿਸ ਦੇ ਪਲੇਅਰ ਇਹਨਾਂ ਵਿੱਚੋਂ ਸ਼੍ਰੀਜਾ ਅਕੁਲਾ ਤੇ ਮਨਿਕਾ ਬੱਤਰਾ ਹੀ ਹੈ। ਪਰ ਸ਼੍ਰੀਜਾ ਅਕੁਲਾ ਫਸਟ ਇੰਡੀਅਨ ਟੇਬਲ ਟੈਨਿਸ ਪਲੇਅਰ ਬਣੇ ਆ ਜਿਹਨੇ ਵਰਲਡ ਟੇਬਲ ਟੈਨਿਸ ਕੰਟੈਂਡਰ ਸਿੰਗਲ ਟਾਈਟਲ ਜਿੱਤੇ। ਕਲੀਅਰ? ਤਾਂ ਸ਼੍ਰੀਜਾ ਅਕੁਲਾ ਨਾਮ ਯਾਦ ਰੱਖਣਾ ਹੈ, ਇਹ ਪੁੱਛਦੇ ਵੀ ਕਿਹੜੀ ਸਪੋਰਟਸ ਨਾਲ ਐਸੋਸੀਏਟਡ ਹੈ, ਸ਼੍ਰੀਜਾ ਅਕੁਲਾ। ਠੀਕ ਹੈ, ਤਾਂ ਟੇਬਲ ਟੈਨਿਸ ਦੇ ਬਾਰੇ ਯਾਦ ਰੱਖਣਾ ਹੈ, ਤਾਂ ਇੰਪੋਰਟੈਂਟ ਹੈ। ਕਲੀਅਰ? ਤਾਂ ਯਾਦ ਰੱਖਣਾ ਹੋਇਆ ਕਿੱਥੇ ਇਵੈਂਟ? ਨਾਈਜੀਰੀਆ ਦੇ ਵਿੱਚ ਹੋਇਆ। ਕਲੀਅਰ? ਨੈਕਸਟ ਹੈ ਬੱਚੋ 43rd ਵਰਲਡ ਮੈਡੀਕਲ ਐਂਡ ਹੈਲਥ ਗੇਮਸ ਕਿੱਥੇ ਹੋਈਆਂ? ਸਭ ਤੋਂ ਵੱਡੀ ਗੇਮਸ ਹੁੰਦੀਆਂ ਮੈਡੀਕਲ, ਜਿਹੜੇ ਹੈਲਥ ਵਰਕਰਸ ਹੁੰਦੇ ਆ ਉਹਨਾਂ ਦੀਆਂ ਹੁੰਦੀਆਂ। ਠੀਕ ਹੈ, ਮੈਡੀਕਲ ਐਂਡ ਹੈਲਥ ਗੇਮਸ ਸਭ ਤੋਂ ਜ਼ਿਆਦਾ ਵਰਲਡ ਦੀ ਇੱਕੋ ਹੀ ਮੇਨ ਗੇਮਸ ਹੁੰਦੀਆਂ ਮੈਡੀਕਲ ਫੀਲਡਸ ਚ। ਠੀਕ ਹੈ, ਕਿੱਥੇ ਹੋਈਆਂ? ਸੇਂਟ ਟ੍ਰੋਪੇਜ਼ ਦੇ ਵਿੱਚ ਹੋਈਆਂ, ਫਰਾਂਸ। ਸੇਂਟ ਟ੍ਰੋਪੇਜ਼ ਫਰਾਂਸ ਵਿੱਚ ਹੋਈਆਂ। ਤਾਂ ਯਾਦ ਰੱਖਣਾ ਇਹਦੇ ਵਿੱਚ ਆਪਾਂ ਨੂੰ 32 ਮੈਡਲ ਮਿਲੇ, ਬਹੁਤ ਜ਼ਿਆਦਾ ਰਿਕਾਰਡ ਬਣਿਆ। ਠੀਕ ਹੈ, 32 ਮੈਡਲਸ ਵੀ ਜਿੱਤੇ ਆਪਾਂ। ਤਾਂ ਇਹ ਮੈਡ ਗੇਮਸ ਕਹਿੰਦੇ ਇਹਨੂੰ, ਇਹ ਵਰਲਡ ਲਾਰਜੈਸਟ ਸਪੋਰਟਿੰਗ ਇਵੈਂਟ ਹੈ ਫॉर ਮੈਡੀਕਲ ਐਂਡ ਹੈਲਥ ਪ੍ਰੋਫੈਸ਼ਨਲਸ। ਠੀਕ ਹੈ, ਜਿਹੜੇ ਮੈਡੀਕਲ ਤੇ ਹੈਲਥ ਪ੍ਰੋਫੈਸ਼ਨਲ ਹੁੰਦੇ ਨਾ, ਸਭ ਤੋਂ ਵੱਡਾ ਇਵੈਂਟ ਹੁੰਦਾ ਉਹਨਾਂ ਲਈ। ਪਹਿਲੀ ਵਾਰ 1978 ਵਿੱਚ ਹੋਇਆ ਸੀ ਆ ਇਵੈਂਟ। ਪਤਾ ਬਹੁਤ ਇੰਪੋਰਟੈਂਟ ਹੈ। ਮੀਆਵਾਕੀ ਮੈਥਡ ਸੁਣਿਆ ਇਹਦੇ ਬਾਰੇ? ਮੀਆਵਾਕੀ ਮੈਥਡ ਬਾਰੇ ਕੀ ਹੁੰਦਾ ਹੈ? ਹਾਂ, ਮੌਕ ਟੈਸਟ ਵਿੱਚ ਆਇਆ ਸੀ। ਹਾਂ, ਮੀਆਵਾਕੀ ਮੈਥਡ ਕੀ ਹੁੰਦਾ ਬੱਚੋ? ਮੀਆਵਾਕੀ ਮਤਲਬ ਇੱਕ ਜੈਪਨੀਜ਼ ਤਰੀਕੇ ਦਾ ਮੈਥਡ ਹੈ, ਐਫੋਰੈਸਟੇਸ਼ਨ ਦਾ ਮੈਥਡ ਹੈ। ਇਹਦੇ ਵਿੱਚ ਕੀ ਕੀਤਾ ਜਾਂਦਾ? ਪਲਾਂਟਸ ਦੀ ਜਿਹੜੀ ਸੈਪਲਿੰਗ ਹੁੰਦੀਆਂ ਉਹਨਾਂ ਨੂੰ ਬਹੁਤ ਮਤਲਬ ਜਿੰਦੇ ਸਪੇਸ ਘੱਟ ਰੱਖ ਕੇ ਉਗਾਇਆ ਜਾਂਦਾ। ਇਹਦਾ ਇਹ ਫਾਇਦਾ ਹੁੰਦਾ, ਸੁਣੋ, ਕਿ ਆ ਆਪਣੇ ਕੋਲੇ ਜਗ੍ਹਾ ਹੈ, ਇਹਦੇ ਵਿੱਚ ਆਪਾਂ ਕੀ ਕਰਦੇ ਹਾਂ? ਪਲਾਂਟਸ ਉਗਾਉਂਦੇ ਹਾਂ। ਪਲਾਂਟਸ ਦੇ ਵਿੱਚ ਆਪਸ ਚ ਦੂਰੀ ਬਹੁਤ ਘਟਾ ਦਿੱਤੀ ਜਾਂਦੀ ਹੈ। ਇੱਥੇ ਪਲਾਂਟ, ਇੱਥੇ ਪਲਾਂਟ, ਇੱਥੇ ਪਲਾਂਟ, ਮਤਲਬ ਬਹੁਤ ਲਿਮਿਟਿਡ ਸਪੇਸ ਹੁੰਦੀ ਹੈ।
ताकि ਉਹਦੇ ਆਸੇ-ਪਾਸੇ ਕੋਈ ਹੋਰ ਗਰੋਥ ਨਾ ਹੋ ਪਾਵੇ। ਇੱਕ ਪਲਾਂਟ ਇੱਕ ਦੂਜੇ ਦੇ ਇੰਨੇ ਕਲੋਜ਼ ਹੋਣ ਕਿ ਸਨਲਾਈਟ ਜਿਹੜੀ ਹੁੰਦੀ ਹੈ ਉਹ ਪੈਨੀਟ੍ਰੇਟ ਨਾ ਕਰ ਪਾਵੇ ਵਿਚਾਲੇ, ਮਿੱਟੀ ਹੈ ਨਾ ਵਿਚਾਲੇ ਦੋਨਾਂ ਦੇ, ਤਾਂ ਇੱਥੇ ਸਨਲਾਈਟ ਨਾ ਪਵੇ ਕਿਉਂਕਿ ਜੇ ਸਨਲਾਈਟ ਆਊਗੀ ਨਾ ਇੱਥੇ ਵੀਡ ਉੱਗ ਜਾਣਗੇ, ਵੀਡਸ ਉੱਗਦੇ ਆ। ਤਾਂ ਇਹਦੇ ਨਾਲ ਹੁਣ ਜੇ ਆਪਾਂ ਇਹ ਮਿਆਵਾਕੀ ਮੈਥਡ ਯੂਜ਼ ਕਰਦੇ ਹਾਂ ਨਾ, ਮਿਆਵਾਕੀ ਮੈਥਡ, ਇਹਦੇ ਨਾਲ ਵੀਡਸ ਨਹੀਂ ਆਉਂਦੇ। ਵੀਡਸ ਮਤਲਬ ਅਨਵਾਂਟਡ ਪਲਾਂਟਸ, ਠੀਕ ਹੈ, ਘਾਹ ਫੂਸ ਨਹੀਂ ਆਊਗਾ ਨਾਲ। ਤਾਂ ਇਹ ਮੈਥਡ ਜੈਪਨੀਜ਼ ਟੈਕਨੋਲੋਜੀ ਹੈ, ਜੈਪਨੀਜ਼ ਦਾ ਮਿਆਵਾਕੀ ਨਾਮ ਦੇ ਪਰਸਨ ਨੇ ਸ਼ੁਰੂ ਕੀਤਾ ਸੀ, ਤਾਂ ਕਰਕੇ ਇਹਨੂੰ ਮਿਆਵਾਕੀ ਮੈਥਡ ਕਿਹਾ ਜਾਂਦਾ। ਠੀਕ ਹੈ, ਤਾਂ ਜੈਪਨੀਜ਼ origin ਦਾ ਮੈਥਡ ਹੈ। ਹੁਣ ਇਹਦੇ ਨਾਲ ਆਪਾਂ ਇੱਕ ਮਿੰਨੀ ਫੋਰੈਸਟ ਕ੍ਰੀਏਟ ਕੀਤਾ ਬੱਚੋ ਰਾਏਪੁਰ ਦੇ ਵਿੱਚ, ਛੱਤੀਸਗੜ੍ਹ ਦੀ ਕੈਪੀਟਲ ਹੈ ਜਿਹੜੀ। ਮਿਆਵਾਕੀ ਮੈਥਡ, ਠੀਕ ਹੈ, ਰਾਏਪੁਰ ਦੇ ਵਿੱਚ ਹੈ ਆਪਾਂ ਜਿਹੜਾ ਕ੍ਰੀਏਟ ਕੀਤਾ। ਯੰਗ ਇੰਡੀਆ ਗਰੁੱਪ ਜਿਨ੍ਹਾਂ ਨੇ ਇਹ ਕੰਪੇਨ ਚਲਾਈ ਸੀ, ਠੀਕ ਹੈ, ਤਾਂ ਇਹਨਾਂ ਨੇ ਮਿਨੀ ਫੋਰੈਸਟ ਕ੍ਰੀਏਟ ਕੀਤਾ ਹੈ ਜਿਹਦੇ ਚ 2500 ਪਲਾਂਟ ਲਗਾਏ ਗਏ ਸੀਗੇ। ਗਾਂਧੀ ਉਦਿਆਨ ਨਾਮ ਦੇ, ਉਦਿਆਨ ਮਤਲਬ ਬਾਗ, ਠੀਕ ਹੈ, ਉੱਥੇ ਲਗਾਏ ਗਏ ਸੀਗੇ। ਤੇ ਯਾਦ ਰੱਖਣਾ ਜਾਪਾਨ ਤੋਂ ਆਇਆ ਮੈਥਡ ਜਿਹਦੇ ਚ ਪੇੜਾਂ ਨੂੰ ਬਹੁਤ ਕਲੋਜ਼ ਲਗਾਇਆ ਜਾਂਦਾ ਹੈ, ਠੀਕ ਹੈ, ਡਨ। ਕਿਹੜੀ ਕੰਟਰੀ ਨੂੰ ਸਰਪਾਸ ਕਰਕੇ ਇੰਡੀਆ ਵਰਲਡ ਦਾ ਥਰਡ ਲਾਰਜੈਸਟ ਡੋਮੈਸਟਿਕ ਐਵੀਏਸ਼ਨ ਮਾਰਕੀਟ ਬਣਿਆ? ਹਾਂਜੀ, ਕਿਹੜੀ ਕੰਟਰੀ ਨੂੰ ਆਪਾਂ ਸਰਪਾਸ ਕੀਤਾ ਹੈ? ਨਹੀਂ ਬੱਚੋ, ਬ੍ਰਾਜ਼ੀਲ ਨੂੰ ਪਿੱਛੇ ਛੱਡਿਆ, ਠੀਕ ਹੈ, ਤਾਂ ਇੰਡੀਆ ਨੇ ਬ੍ਰਾਜ਼ੀਲ ਨੂੰ ਪਿੱਛੇ ਛੱਡ ਕੇ ਵਰਲਡ ਦਾ ਥਰਡ ਲਾਰਜੈਸਟ ਡੋਮੈਸਟਿਕ ਸਿਵਲ ਐਵੀਏਸ਼ਨ ਮਾਰਕੀਟ ਬਣ ਗਿਆ। ਓਕੇ, ਬ੍ਰਾਜ਼ੀਲ ਨੂੰ ਪਿੱਛੇ ਛੱਡਿਆ ਆਪਾਂ। ਹੁਣ ਸਭ ਤੋਂ ਅੱਗੇ ਯੂਐਸ, ਫਿਰ ਚਾਈਨਾ, ਫਿਰ ਇੰਡੀਆ, ਠੀਕ ਹੈ। ਇੰਡੀਆ ਚ ਯਾਦ ਹੈ ਕਿਹੜੀ ਸਕੀਮ ਹੁੰਦੀ ਹੈ ਐਵੀਏਸ਼ਨ ਸੈਕਟਰ ਲਈ ਜਿਹਨੂੰ ਬੂਸਟ ਮਿਲਿਆ, ਕਿਹੜੀ ਸਕੀਮ ਤੋਂ ਮਿਲਿਆ ਸੀ? ਕਿਹੜੀ ਸਕੀਮ ਸੀ ਸਰਕਾਰ ਦੀ ਜਿਹਦੇ ਨਾਲ ਇੰਡੀਆ ਦੇ ਸਿਵਲ ਸੈਕਟਰ ਨੂੰ ਬੜਾ ਬੂਸਟ ਮਿਲਿਆ ਸੀਗਾ? ਉਡਾਨ ਸਕੀਮ, ਉੜੇ ਦੇਸ਼ ਕਾ ਆਮ ਨਾਗਰਿਕ, ਠੀਕ ਹੈ, ਉੜੇ ਦੇਸ਼ ਕਾ ਆਮ ਨਾਗਰਿਕ ਸਕੀਮ ਲੈ ਕੇ ਨਾ ਮੋਦੀ ਸਰਕਾਰ, ਜਿਹਦੇ ਨਾਲ ਜਹਾਜ਼ਾਂ ਦੀ ਟਿਕਟਾਂ ਬਹੁਤ ਸਸਤੀਆਂ ਕਰਤੀਆਂ, ਫਿਕਸ ਕਰਤਾ ਸੀ ਵੀ ਇਸ ਤੋਂ ਬਾਅਦ ਟਿਕਟ ਨਹੀਂ ਲੈ ਸਕਦੇ, ਤਾਂ ਕਰਕੇ ਮਤਲਬ ਬੂਸਟ, ਬਹੁਤ ਜ਼ਿਆਦਾ ਬੂਸਟ ਮਿਲਿਆ ਸੀਗਾ। ਸਕੀਮ याद रखनी है, उड़ान स्कीम इज रिलेटेड टू सिविल एविएशन, ठीक है, तो सिविल एविएशन इस टाइम बहुत आई ਜਾਂਦਾ ਨਿਊਜ਼ 'ਚ, ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲ ਸਕਦਾ। ਚੀਫ ਆਫ ਇੰਟੈਲੀਜੈਂਸ ਬਿਊਰੋ ਆਈਬੀ, ਠੀਕ ਹੈ, ਉਹਨਾਂ ਨੂੰ 1 ਈਅਰ ਦੀ ਐਕਸਟੈਂਸ਼ਨ ਮਿਲੀ ਹੈ। ਇਹਨਾਂ ਦੀ ਰਿਟਾਇਰਮੈਂਟ ਆ ਗਈ ਸੀ ਬਟ ਇਹਨਾਂ ਨੂੰ 1 ਈਅਰ ਐਕਸਟੈਂਡ ਕੀਤਾ ਗਿਆ। ਕੌਣ ਹੈ ਬੱਚੋ? who has been given 1 year extension as chief of intelligence bureau in June 2024? ਹਾਂਜੀ, ਰਾਜੀਵ ਜੈਨ। ਹਾਂਜੀ, ਰਾਜੀਵ ਜੈਨ ਆंसर ਬੱਚੋ? ਨਹੀਂ ਬੱਚੋ, ਤਪਨ ਕੁਮਾਰ ਡੇਕਾ, ਠੀਕ ਹੈ, ਤਾਂ ਅਪਾਇੰਟਮੈਂਟ ਕਮੇਟੀ ਹੁੰਦੀ ਹੈ ਜਿਹੜੀ ਕੈਬਨਿਟ ਦੀ, ਉਹਨੇ ਇਹਨਾਂ ਦੀ ਟੈਨਿਓਰ ਨੂੰ ਐਕਸਟੈਂਡ ਕਰ ਦਿੱਤਾ ਇੰਟੈਲੀਜੈਂਸ ਬਿਊਰੋ ਦੀ, ਠੀਕ। ਇੰਟੈਲੀਜੈਂਸ ਬਿਊਰੋ ਕਿਹੜੀ ਮਿਨਿਸਟਰ ਦੇ ਅੰਡਰ ਆਉਂਦਾ? ਮਿਨਿਸਟਰੀ ਆਫ ਹੋਮ ਅਫੇਅਰਸ, ਠੀਕ ਹੈ, ਤਾਂ ਇੰਟੈਲੀਜੈਂਸ ਬਿਊਰੋ ਲਿਖ ਲਓ, ਮਿਨਿਸਟਰੀ ਆਫ ਹੋਮ ਅਫੇਅਰਸ ਦੇ ਅੰਡਰ ਆਉਂਦਾ। इंटेलिजेंस ब्यूरो comes under the Ministry of Home Affairs, ठीक है। नेक्स्ट है who has been appointed as the leader of opposition in Lok Sabha? ਤਾਂ ਬੱਚੋ ਲੀਡਰ ਆਫ ਆਪੋਜੀਸ਼ਨ ਜਿਹੜੀ ਹੁੰਦੀ ਹੈ ਨਾ ਪਲੇਸ, ਇਹ ਉਹ ਪਾਰਟੀ ਨੂੰ ਮਿਲਦੀ ਹੈ ਜਿਹਨੂੰ ਇਕੱਲੀ ਨੂੰ ਐਟਲੀਸਟ 1/10 ਜਿਹੜੀ ਸੀਟਾਂ ਮਿਲੀਆਂ ਹੋਣ। ਲੋਕ ਸਭਾ ਦੇ ਇਲੈਕਸ਼ਨ ਹੁੰਦੇ ਆ ਨਾ, ਉਹਦੇ ਚ 1/10 ਜਿਹੜੀ ਸੀਟ ਲੈ ਕੇ ਆਊਗੀ ਪਾਰਟੀ, ਉਹਨਾਂ ਦਾ ਬੰਦਾ ਕੋਈ ਬਣੂਗਾ। ਤਾਂ ਪਿਛਲੀ ਵਾਰ ਤਾਂ ਕੋਈ ਪਾਰਟੀ ਹੈ ਹੀ ਨਹੀਂ ਸੀਗੀ, ਤਾਂ ਆਪਣੇ ਕੋਲੇ ਐਕਚੁਅਲੀ ਕੋਈ ਮੈਂਬਰ ਆਫ ਆਪੋਜੀਸ਼ਨ, ਲੀਡਰ ਆਫ ਆਪੋਜੀਸ਼ਨ ਹੈ ਹੀ ਨਹੀਂ ਸੀ। ਇਸ ਵਾਰ ਲੀਡਰ ਆਫ ਆਪੋਜੀਸ਼ਨ ਬਣੇ ਆ। ਕੌਣ ਬਣੇ ਆ? ਰਾਹੁਲ ਗਾਂਧੀ ਬਣੇ ਆ, ਠੀਕ ਹੈ। ਤਾਂ ਲੀਡਰ ਆਫ ਆਪੋਜੀਸ਼ਨ ਦੀ ਕੈਬਨਿਟ ਰੈਂਕ ਦੇ ਬਰਾਬਰ ਦੀ ਪੋਸਟ ਹੁੰਦੀ ਹੈ, ਕੈਬਨਿਟ ਰੈਂਕ ਦਾ ਬੰਦਾ ਹੁੰਦਾ ਹੈ, ਠੀਕ ਹੈ। ਤਾਂ ਇੱਕ ਗਵਰਨਮੈਂਟ ਦੀ ਪਾਲਿਸੀਜ਼ ਦੇ ਜਿਹੜੇ ਕ੍ਰਿਟੀਸਾਈਜ਼ਰਸ ਹੁੰਦੇ ਆ, ਮੇਨ ਕੰਮ ਇਹਨਾਂ ਦਾ ਆਹੀ ਹੁੰਦਾ ਕਿ ਗਵਰਨਮੈਂਟ ਨੂੰ ਮਤਲਬ ਹਮੇਸ਼ਾ ਅਕਾਊਂਟੇਬਲ ਰੱਖਣਾ ਸਰਕਾਰ ਨੂੰ, ਠੀਕ ਹੈ। ਤਾਂ ਰਾਜੀਵ ਗਾਂਧੀ ਬਣੇ ਲੀਡਰ ਆਫ ਆਪੋਜੀਸ਼ਨ ਇਨ ਲੋਕ ਸਭਾ। 10 ਸਾਲਾਂ ਬਾਅਦ ਬਣੇ ਆ, ਦੇਖੋ ਬੱਚੋ, ਪਹਿਲਾਂ ਕੋਈ ਹੈ ਹੀ ਨਹੀਂ ਸੀਗਾ, ਮੈਂ ਤੁਹਾਨੂੰ ਸਮਝਾ ਕੇ ਹਟਿਆ, ਕਿਸੇ ਨੂੰ ਮੈਜੋਰਿਟੀ ਨਹੀਂ ਮਿਲਦੀ ਸੀਗੀ, ਠੀਕ ਹੈ। ਲੀਡਰ ਆਫ ਦਾ ਥਰਡ ਲਾਰਜੈਸਟ ਪਾਰਟੀ ਜਿਹਨੂੰ 1/10 ਸੀਟਸ ਮਿਲੀਆਂ ਹੋਣ, ਉਹ ਬੰਦਾ ਤੁਹਾਡਾ ਲੀਡਰ ਆਫ ਆਪੋਜੀਸ਼ਨ ਬਣਦਾ ਲੋਕ ਸਭਾ ਦੇ ਵਿੱਚ, ਕਲੀਅਰ। ਤੁਹਾਡੇ ਇੰਪੋਰਟੈਂਟ ਇਹ ਚੀਜ਼ਾਂ ਯਾਦ ਰੱਖਣੀਆਂ, ਕੈਬਨਿਟ ਮਿਨਿਸਟਰ ਦੇ ਬਰਾਬਰ ਦੀ ਰੈਂਕ ਹੁੰਦੀ ਇਹਨਾਂ ਦੀ।
ਬੱਚੋ ਕਿਹੜੀ ਇੰਸਟੀਟਿਊਟ ਹੈ ਜਿਨ੍ਹਾਂ ਨੇ ਡਿਵਾਈਸ ਬਣਾਇਆ ਹੈ ਜੋ ਇਨਫਰਾਰੈਡ ਵਿਜ਼ੀਬਲ ਲਾਈਟ ਨੂੰ ਵੀ ਮਤਲਬ ਡਿਟੈਕਟ ਕਰ ਸਕਦਾ, ਦੇਖ ਸਕਦੇ ਜਿਹਦੇ ਨਾਲ ਆਪਾਂ ਇਨਫਰਾਰੈਡ ਲਾਈਟ ਹੈ ਉਹ ਵਿਜ਼ੀਬਲ ਬਣਾਤੀ ਆ। ਹਾਂਜੀ ਦੱਸੋ। ਕਿਹੜੀ ਹੈ ਬੱਚੋ, कानपुर के, दिल्ली के, मद्रास के? साइंस। चलो बच्चों, इंडियन इंस्टीट्यूट ऑफ साइंस बेंगलुरु, ठीक है, इन्होंने बनाया IISc बेंगलुरु, ठीक है, जिन्होंने यह डिवाइस बनाया कि जिन्होंने आप विजिबल लाइट में भी देख सकते हैं और सॉरी इंफ्रारेड लाइट में भी देख सकते हैं, ठीक है। बच्चों वेवलेंथ कितनी ज्यादा होती है, रेडियो वेव की ज्यादा होती है कि इंफ्रारेड की? रेडियो वेव की वेवलेंथ ज्यादा होती है। हाँ जी दसो, बोलो। बच्चों याद रखना होवे ना, अगर ऑर्डर याद रखना होंगे तो किवें याद रखीदा होंगे, 2 मिनट। देखो याद किवें रखीदा होंगे इनू, रशियन मिलिट्री invaded Venus using X-ray guns। ਆ ਇੱਕ ਚੀਜ਼ ਆ ਜਿਹੜੀ ਤੁਸੀਂ ਯਾਦ ਰੱਖ ਸਕਦੇ ਹੋ। ਇਧਰਲੇ ਪਾਸੇ ਜਾਓਗੇ ਵੇਵਲੈਂਥ ਘਟੂਗੀ, ਫ੍ਰੀਕੁਐਂਸੀ ਵਧੂਗੀ, ਠੀਕ ਹੈ, ਫ੍ਰੀਕੁਐਂਸੀ ਵਧਦੀ ਹੈ ਵੇਵਲੈਂਥ ਘਟਦੀ ਹੈ। सो रशियन मिलिट्री इन्वेटेड वीनस यूजिंग एक्सरे गन्स। आर मतलब रेडियो, एम मतलब माइक्रोवेव्स, ठीक है, आई मतलब इंफ्रारेड, वी मतलब विजिबल लाइट, ओके, यू मतलब यू केड़ी हुंदी है बच्चों, अल्ट्रा वायलेट रेज, ठीक है, एक्स रेज ते गामा रेज। आर फॉर रेडियो वेव्स, एम माइक्रोवेव्स, आई इंफ्रारेड, वी विजिबल, यू अल्ट्रा वायलेट, फिर एक्सरे ते फिर गामा रेज। सब तो खतरनाक गामा रेज, ठीक है, तो पेनिट्रेट कर देनी, फ्रीक्वेंसी बहुत ज्यादा होती है। बच्चों नैक्सट है संज्ञान ऐप डिजाइन की है लीगल रैफरेंस लैन दे लई, ठीक है। अच्छा सॉरी, विच ऑर्गेनाइजेशन लॉन्च द संज्ञान ऐप डिजाइन फॉर लीगल रैफरेंस। कोई लीगल रैफरेंस लेना होवे है ना, तो ਉਹਦੇ ਲਈ ਸੰਗਿਆਨ ਐਪ ਚੈੱਕ ਕਰਨਾ ਹੋਵੇ ਕਿ ਮੈਂ ਕੰਮ ਜਿਹੜਾ ਕਰ ਰਿਹਾ ਹੈ ਸਹੀ ਹੈ, ਆਰਗੇਨਾਈਜੇਸ਼ਨ ਦੇ ਲਈ ਸਹੀ ਹੈ, ਔਰ ਰੂਲ ਬੁੱਕ ਦੇ ਅਕੋਰਡਿੰਗ ਠੀਕ ਹੈ, ਤਾਂ ਲੀਗਲ ਰੈਫਰੈਂਸ ਲੈਣ ਦੇ ਲਈ ਐਪ ਹੈ ਸੰਗਿਆਨ ਐਪ। ਤਾਂ ਤੁਹਾਨੂੰ ਆਨਸਰ ਪਤਾ ਲੱਗ ਗਿਆ ਹੋਣਾ, ਰੇਲਵੇ ਪ੍ਰੋਟੈਕਸ਼ਨ ਫੋਰਸ ਜਿਹੜੀ ਹੁੰਦੀ ਹੈ RPF, ਠੀਕ ਹੈ, ਇਹਨਾਂ ਦੁਆਰਾ ਇਹਨਾਂ ਦੇ ਲਈ ਬਣਾਈ ਗਈ ਹੈ, ਠੀਕ ਹੈ, ਤਾਂ ਯਾਦ ਰੱਖਣਾ ਤਾਂ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਲਈ ਬਣੀ ਹੈ, ਸਮਝ ਆਇਆ, ਜਿਹਦੇ ਵਿੱਚ ਤੁਹਾਨੂੰ ਭਾਰਤੀ ਨਿਆਇ ਸੰਹਿਤ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤ ਤੇ ਭਾਰਤੀ ਸਾਕਸ਼ੀ ਅਭਿਨਿਆਮ, ਠੀਕ ਹੈ, ਤਾਂ ਇਹ ਸਾਰੇ ਜਿਹੜੇ ਨਵੇਂ ਐਕਟ ਆਏ ਨਾ, ਤਾਂ ਯਾਦ ਰੱਖਣਾ ਭਾਰਤੀ ਨਿਆਇ ਸੰਹਿਤ ਨੇ ਕਿਹਨੂੰ ਰਿਪਲੇਸ ਕੀਤਾ ਸੀ, IPC ਨੂੰ, ਨਾਗਰਿਕ ਸੁਰੱਖਿਆ ਸੰਹਿਤ CRPC ਨੂੰ, ਹਨਾ, ਉਵੇਂ ਭਾਰਤੀ ਸਾਕਸ਼ੀ ਅਭਿਨਿਯਮ ਜਿਹੜਾ ਹੈਗਾ ਇਹਨੇ ਇੰਡੀਅਨ ਐਵੀਡੈਂਸ ਐਕਟ ਇਹਨਾਂ ਨੂੰ ਰਿਪਲੇਸ ਕੀਤਾ। ਇਹ ਸਾਰੇ ਨਿਊ ਲਾਜ਼ ਹੈ ਜਿਨ੍ਹਾਂ ਨੇ ਪੁਰਾਣੇ ਲਾਜ਼ ਨੂੰ ਰਿਪਲੇਸ ਕੀਤਾ। CRPF ਜਿਹੜਾ ਨਾਗਰਿਕ ਸੁਰੱਖਿਆ ਸੰਹਿਤ ਹੈ ਇਹਨੇ CRPF ਨੂੰ ਰਿਪਲੇਸ ਕੀਤਾ, ਭਾਰਤੀ ਨਿਆਇ ਸੰਹਿਤ ਨੇ ਬੱਚੋ ਸਾਡੇ IPC ਨੂੰ ਰਿਪਲੇਸ ਕੀਤਾ, ਤੇ ਭਾਰਤੀ ਸਾਕਸ਼ੀ ਮਤਲਬ ਐਵੀਡੈਂਸ, ਠੀਕ ਹੈ, ਸਾਕਸ਼ ਅਭਿਨਿਯਮ ਇਹਨੇ ਆਪਣੇ ਐਵੀਡੈਂਸ ਐਕਟ ਨੂੰ। MSME ਬੱਚੋ ਬਹੁਤ ਇੰਪੋਰਟੈਂਟ ਆ, ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ। ਇਹ ਡੇ ਕਦੋਂ ਮਨਾਇਆ ਜਾਂਦਾ, 27 ਜੂਨ, ਠੀਕ ਹੈ, ਤਾਂ 27 ਜੂਨ ਨੂੰ ਆਪਾਂ MSME ਡੇ ਮਨਾਉਂਦੇ ਹਾਂ, ਕਿ MSME ਦਾ ਸਭ ਤੋਂ ਵੱਡਾ ਰੋਲ ਹੁੰਦਾ ਆਪਣੇ ਇੰਡੀਅਨ ਇੰਡਸਟਰੀ ਦੇ ਵਿੱਚ, ਠੀਕ ਹੈ, ਸਭ ਤੋਂ ਜ਼ਿਆਦਾ ਇੰਪਲੋਇਮੈਂਟ GDP ਦੇ ਵਿੱਚ ਕੰਟਰੀਬਿਊਸ਼ਨ ਇਹ ਇੰਡਸਟਰੀ ਕ੍ਰੀਏਟ ਕਰਦੀਆਂ MSME। ਤਾਂ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਇੰਪੋਰਟੈਂਟ ਚੀਜ਼ ਹੈ, ਯਾਦ ਰੱਖਣਾ, ਠੀਕ ਹੈ। ਤਾਂ MSME ਐਕਟ 2006 ਦੇ ਵਿੱਚ ਆਇਆ ਸੀਗਾ, ਯਾਦ ਰੱਖਣਾ, ਤੇ ਜਿਹਨੇ MSME ਨੂੰ ਡਿਫਾਈਨ ਕੀਤਾ ਸੀ।
क्लियर। थीम याद रखनी है MSMEs एंड द SDG सस्टेनेबल डेवलपमेंट गोल्स, ਉਹਦੇ ਨਾਲ ਅਲਾਈਨ ਹੈ ਤੇ ਇੰਪੋਰਟੈਂਟ ਹੈ ਥੀਮ, ਠੀਕ ਹੈ, MSMEs ਐਂਡ SDG। ਨੈਕਸਟ ਹੈ ਨਾਟੋ ਦੇ ਸੈਕਟਰੀ ਜਨਰਲ ਕੌਣ ਬਣੇ ਹੈ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਦੇ ਸੈਕਟਰੀ ਜਨਰਲ ਕੌਣ ਬਣੇ ਹੈ, who has been appointed as the secretary general of NATO, ਤਾਂ ਨਾਟੋ ਪਤਾ ਹੀ ਹੈ ਨਾ, ਅਮਰੀਕਾ ਦਾ ਜਿਹੜਾ ਇੱਕ ਡਿਫੈਂਸ ਮਿਲਟਰੀ ਆਰਗੇਨਾਈਜੇਸ਼ਨ ਹੈ ਹਨਾ, ਲੈਡ ਬਾਈ USA। ਹੈੱਡਕੁਆਟਰ ਕਿੱਥੇ ਹੈ? ਹਾਂਜੀ, ਵੇਅਰ ਇਜ਼ ਦ ਹੈੱਡਕੁਆਟਰ ਆਫ ਨਾਟੋ? ਹਾਂਜੀ ਸਹੀ ਹੈ, ਬਰੂਜ਼ਿਲਸ ਦੇ ਵਿੱਚ ਹੈ, ਠੀਕ ਹੈ ਹੈੱਡਕੁਆਟਰ, ਤਾਂ ਇੰਪੋਰਟੈਂਟ ਹੈ। ਤਾਂ ਮਾਰਕ ਰੂਟ ਜਿਹੜੇ ਬੱਚੋਂ ਇਹਦੇ ਬਣੇ ਆ ਸੈਕਟਰੀ ਜਨਰਲ, ਜੋ ਨੀਦਰਲੈਂਡ ਦੇ ਪ੍ਰਾਈਮ ਮਿਨਿਸਟਰ ਵੀ ਹੈ, ਠੀਕ ਹੈ, ਤਾਂ ਇੰਪੋਰਟੈਂਟ ਹੈ। ਨੀਦਰਲੈਂਡ ਦੀ ਕੈਪੀਟਲ ਆਪਾਂ ਨੂੰ ਪਤਾ ਹੀ ਐਮਸਟਰਡੈਮ ਹੈ, ਕਰੰਸੀ ਯੂਰੋ ਹੈ, ਠੀਕ ਹੈ। ਹੁਣੇ ਹੁਣੇ ਕਿਹੜੀ ਕੰਟਰੀ ਮੈਂਬਰ ਬਣੀ ਸੀ ਇਹਨਾਂ ਦਾ, ਨਾਟੋ ਦਾ ਮੈਂਬਰ ਕਿਹੜੀ ਕੰਟਰੀ ਬਣੀ ਸੀ? ਪਰ ਦੋ ਕੰਟਰੀਆਂ ਬਣਨ ਨੂੰ ਫਿਰਦੀਆਂ ਸੀ ਨਾ, ਸਵੀਡਨ, ਹਾਂ ਠੀਕ ਹੈ, ਸਵੀਡਨ ਐਂਡ ਫਿਨਲੈਂਡ। ਨੈਕਸਟ ਬੱਚੋ, ਸਾਊਥ ਇੰਡੀਆ ਦਾ ਪਹਿਲਾ ਐਂਡ ਦ ਕੰਟਰੀਜ਼ ਲਾਰਜੈਸਟ ਲੈਪਰਡ ਸਫਾਰੀ ਕਿੱਥੇ ਇਨੋਗਰੇਟ ਕੀਤੀ ਗਈ ਹੈ? ਕੁਝ ਉਸ ਦਿਨ ਗੜਬੜ ਕਰਤੀ ਤੁਸੀਂ, ਮੈਨੂੰ ਵੀ ਗੜਬੜ ਕਰਵਾਤੀ ਕਨਫਿਊਜ਼ ਕਰਕੇ, ਮੈਂ ਵੀ ਗੜਬੜ ਪਤਾ ਨਹੀਂ ਕਿਵੇਂ ਕਰ ਗਿਆ ਉਸ ਦਿਨ। ਆਪਾਂ ਟਾਈਗਰ ਰਿਜ਼ਰਵ ਕਰੀ ਜਾਂਦੇ ਸੀਗੇ, ਇੱਕ ਸੀਗਾ ਰਣਥੰਭੋਰ, ਯਾਦ ਹੈ? ਮੈਂ ਤੁਹਾਨੂੰ ਕਹੀ ਰਾਜਸਥਾਨ ਦੇ ਵਿੱਚ ਹੈ, ਬੰਦੀਪੁਰ ਸੀਗਾ, ਬੰਦੀਪੁਰ ਕਰਨਾਟਕਾ ਦੇ ਵਿੱਚ ਹੈ, ਇੱਕ ਹੋਰ ਸੀਗਾ, ਦੋ ਤਿੰਨ ਆਏ ਸੀ, ਮੈਂ ਤੋਂ ਇੱਕ ਗੜਬੜ ਕਰ ਗਿਆ। ਹਾਂਜੀ, ਪੈਂਚ, ਪੈਂਚ ਤਾਂ ਮਹਾਰਾਸ਼ਟਰ ਦੇ ਵਿੱਚ ਹੈ, ਹੋਰ ਬੰਦਵਗੜ ਮੈਂ ਤੁਹਾਨੂੰ ਕਿੱਥੇ ਲਿਖਾਇਆ ਸੀ, ਮੱਧ ਪ੍ਰਦੇਸ਼ ਚ ਨਾ, ਉਹ ਮੱਧ ਪ੍ਰਦੇਸ਼ ਆਊਗਾ, ਬਟ ਮੈਂ ਵੀ ਉਹੀ ਸੋਚੀ ਜਾਂਦਾ, ਮੈਂ ਕਿਹਾ ਰਾਜਸਥਾਨ ਕਿਉਂ ਲਿਖਾਤਾ, ਬੰਦਵਗੜ ਇਜ਼ ਇਨ ਮੱਧ ਪ੍ਰਦੇਸ਼। ਉਹ ਸਹੀ ਕਰ ਲਓ ਆਪਣੀ ਕਾਪੀਜ਼ ਦੇ ਵਿੱਚ, ਪਤਾ ਨਹੀਂ ਮੈਂ ਵੀ ਕਨਫਿਊਜ਼ ਹੋ ਗਿਆ ਕਿਵੇਂ, ਠੀਕ ਹੈ ਨਾ, ਹੋ ਜਾਂਦਾ ਤਾਂ। ਬੰਦਵਗੜ ਹਾਂਜੀ ਮੱਧ ਪ੍ਰਦੇਸ਼ ਵਿੱਚ, ਮੈਨੂੰ ਲੱਗ ਰਿਹਾ ਇੱਕ ਡਾਊਟ ਗਲਤ ਲਿਖਵਾਤਾ ਉਸ ਦਿਨ। ਕਲੀਅਰ, ਬੱਚੋ ਲਾਰਜੈਸਟ ਕਿੱਥੇ ਸ਼ੁਰੂ ਹੋ ਰਹੀ ਹੈ, ਕੋਈ ਆਈਡੀਆ? ਬੱਚੋ ਬਨੇਰਘੱਟ ਬਾਇਓਲੋਜੀਕਲ ਪਾਰਕ, ਠੀਕ ਹੈ ਕਰਨਾਟਕਾ ਦੇ ਵਿੱਚ, ਤਾਂ ਇਹ ਬਨੇਰਘੱਟ ਬਾਇਓਲੋਜੀਕਲ ਪਾਰਕ ਦੇ ਵਿੱਚ ਸ਼ੁਰੂ ਹੋ ਰਹੀ ਹੈ ਕਰਨਾਟਕਾ ਦੇ ਵਿੱਚ। ਠੀਕ ਹੈ, ਆ ਦੋਨੋਂ ਤੁਸੀਂ ਪਤਾ ਕਰਕੇ ਆਣੇ, ਨਗਰ ਹੋਲ ਤੇ ਮੁਦੁਮਲਾਈ ਕਿੱਥੇ ਆ, ਨਾਮ ਤੇ ਪਤਾ ਲੱਗ ਰਿਹਾ ਹੋਊਗਾ, ਮੁਦੁਮਲਾਈ ਤਾਮਿਲਨਾਡੂ, ਨਗਰ ਹੋਲ ਕਿੱਥੇ ਆ? ਹਾਂਜੀ, ਐਨੀਵਨ ਕੋਈ ਆਈਡੀਆ, ਗੈਸ? ਨਗਰ ਹੋਲ ਗੁਜਰਾਤ ਦੇ ਵਿੱਚ? ਨਹੀਂ, ਹਾਂਜੀ ਐਨੀਵਨ ਕੋਈ ਦੱਸ ਸਕਦਾ ਹੋਵੇ, ਸੋਚੋ ਜਰਾ, ਪਤਾ ਕਰਕੇ ਆਇਓ, ਕਰਨਾਟਕਾ ਚ ਹੈ ਸ਼ਾਇਦ, ਠੀਕ ਹੈ, ਸ਼ੋਰ ਨਹੀਂ ਹੈਗਾ ਮੈਂ, ਯਾਦ ਕਰ ਲੈਨੇ ਆਪਾਂ, ਨਗਰ ਹੋਲ ਨਾ, ਹਾਂ ਕਰਨਾਟਕਾ ਦੇ ਵਿੱਚ, ਕਰਨਾਟਕਾ ਹੀ ਹੈ, ਠੀਕ ਹੈ, ਨਗਰ ਕਰਨਾਟਕਾ ਦੇ ਵਿੱਚ ਹੀ ਹੈ, ਨਗਰ ਹੋਲ ਕਰਨਾਟਕਾ ਦੇ ਵਿੱਚ ਹੈ, ਠੀਕ ਹੈ, ਪਦੂਮਲਾਈ ਤਾਮਿਲਨਾਡੂ ਦੇ ਵਿੱਚ ਹੈ। ਫਿਰ ਜਦੋਂ ਵਾਰ-ਵਾਰ ਪੜ੍ਹੋਗੇ ਨਾ ਆਪਣੇ ਆਪ ਯਾਦ ਹੋ ਜਾਣਗੇ, ਮੈਨੂੰ ਅਲੱਗ ਤੋਂ ਯਾਦ ਕਰਨ ਦੀ ਲੋੜ ਨਹੀਂ ਪੈਂਦੀ। Who has been elected as the new president of the professional golf tour of India? ਹਾਂਜੀ ਦੱਸੋ, ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ ਦੇ ਨਿਊ ਪ੍ਰੈਜ਼ੀਡੈਂਟ ਕਿਹਨੂੰ ਬਣਾਇਆ ਗਿਆ? ਫੋਟੋ ਤੋਂ ਆਈਡੀਆ ਲੈ ਲਓ। ਹਾਂਜੀ, कपिल देव। हाँ जी, किवें? बस यही देखना बाकी था। ठीक है, कपिल देव, अगे कपिल देव दिखाया ना, कपिल देव, कपिल देव बने बच्चों प्रोफेशनल गोल्फ टूर ऑफ इंडिया दे, विमल दी ऐड करते हैं ना, करके पा ये विशाल ने पाया। हाँ ठीक है ना, तो चलो वही है ना, मतलब देखो
प्रोफेशनल वर्ड है, हाथ में रजनीगंधा। तो याद रखना है। ਇਹ ਯਾਦ ਰੱਖਣਾ ਦਾ ਪ੍ਰੋਫੈਸ਼ਨਲ ਗੋਲਫ ਟੂਰ 2006 ਚ ਬਣਿਆ ਸੀਗਾ। ਇਹਦੇ ਤੋਂ ਪਹਿਲਾਂ ਇਹਦਾ ਜਿਹੜਾ ਪ੍ਰੈਡੀਸੈਸਰ ਸੀਗਾ ਇੰਡੀਅਨ ਪੀਜੀਏ, ਠੀਕ ਹੈ, ਉਹਨੂੰ ਕਹਿੰਦੇ ਹੁੰਦੇ ਸੀਗੇ। ਨੈਕਸਟ ਬੱਚੋ, ਇਹ ਮੈਂਬਰ ਆਫ ਭਾਰਤ ਜਨਤਾ ਪਾਰਟੀ ਇਹ ਦੁਬਾਰਾ ਰੀਇਲੈਕਟ ਹੋਏ ਆ 18th ਲੋਕ ਸਭਾ ਦੇ ਸਪੀਕਰ ਵੱਲੋਂ। ਕਹਿੰਦੇ ਅੰਡਰ ਵਿਚ ਆਰਟੀਕਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਮੈਂਬਰ ਆਫ ਲੋਕ ਸਭਾ ਆਰ ਇਲੈਕਟਿਡ ਐਸ ਸਪੀਕਰ ਐਂਡ ਡਿਪਟੀ ਸਪੀਕਰ ਫਰੋਮ ਅਮੰਗ ਦਾ ਮੈਂਬਰ ਆਫ ਦਾ ਹਾਊਸ। ਕਿਹੜਾ ਆਰਟੀਕਲ ਇਹ ਚੀਜ਼ ਕਹਿੰਦਾ ਹੈ? 93। ਲੋਕ ਸਭਾ ਰਾਜ ਸਭਾ ਦੇ ਆਰਟੀਕਲ ਕਿਹੜੇ ਆ? 80 ਤੇ 81, ਠੀਕ ਹੈ। 83 ਇਜ਼ ਰਿਗਾਰਡਿੰਗ ਸਪੀਕਰ ਐਂਡ ਡਿਪਟੀ ਸਪੀਕਰ, ਠੀਕ ਹੈ। 83 ਨਾਟ 93। 93 ਸੌਰੀ ਬੱਚੋ ਮੈਂ ਗਲਤ ਬੋਲ ਗਿਆ। 93 ਕਿਵੇਂ ਹੋ ਗਿਆ? 2 ਮਿੰਟ ਵੇਟ ਕਰੋ ਮੈਨੂੰ। 83 ਨਹੀਂ, ਲੋਕ ਸਭਾ ਤੇ ਰਾਜ ਸਭਾ ਦੇ ਆਰਟੀਕਲ 80 ਨਹੀਂ ਹੁੰਦਾ, 80 ਤੇ 81। 2 ਮਿੰਟ ਮੈਨੂੰ ਚੈੱਕ ਕਰਨਾ ਪੈਣਾ, ਇਹਨੂੰ ਛੱਡ ਦਿਓ ਇੱਕ ਵਾਰ, ਠੀਕ ਹੈ। ਲੈਟ ਮੀ, ਇਹ ਮੈਂ ਚੈੱਕ ਕਰੂੰਗਾ ਇਹ ਗੜਬੜ ਕਿਵੇਂ ਹੋ ਗਈ। ਜਾਂ ਤਾਂ ਆਪਾਂ ਗੜਬੜ ਕਰੀ ਜਾਂਦੇ ਹਾਂ, ਠੀਕ ਹੈ। ਤਾਂ ਇੱਕ ਵਾਰ ਇਹਨੂੰ ਛੱਡ ਦਿਓ, ਆਪਾਂ ਇਹਨੂੰ ਚੈੱਕ ਕਰਾਂਗੇ। ਬਸ ਇਹਦੇ ਬਾਰੇ ਇਹ ਦੇਖੋ, ਪਹਿਲੇ ਲੋਕ ਸਭਾ ਦੇ ਸਪੀਕਰ ਕੌਣ ਸੀਗੇ? ਹੂ ਵਾਸ ਦਾ ਫਰਸਟ ਸਪੀਕਰ ਆਫ ਲੋਕ ਸਭਾ? ਫਰਸਟ ਸਪੀਕਰ, ਪਹਿਲੇ ਸਪੀਕਰ। ਮੈਂ ਇੰਡੀਪੈਂਡੈਂਟ ਇੰਡੀਆ ਦਾ ਨਹੀਂ ਪੁੱਛਿਆ, ਫਰਸਟ ਸਪੀਕਰ ਪੁੱਛਿਆ। ਨਹੀਂ ਨਹੀਂ, ਜੀਵੀ ਮਾਵਲੰਕਰ ਤਾਂ ਫਰਸਟ ਇੰਡੀਪੈਂਡੈਂਸ ਇੰਡੀਆ ਦੇ ਸਪੀਕਰ ਬਣੇ ਸੀਗੇ, ਠੀਕ ਹੈ। ਫਰਸਟ ਬ੍ਰਿਟਿਸ਼ ਸਪੀਕਰ ਬਣੇ ਹੋਣਗੇ ਨਾ ਪਹਿਲਾਂ ਤਾਂ, ਆਜ਼ਾਦੀ ਤੋਂ ਪਹਿਲਾਂ ਤਾਂ ਫਰੈਡਰਿਕ ਵਾਈਟ ਸੀਗੇ, ਠੀਕ ਹੈ, ਫਰੈਡਰਿਕ ਵਾਈਟ। ਫਰੈਡਰਿਕ ਵਾਈਟ, ਫਰੈਡਰਿਕ ਵਾਈਟ। ਅੱਛਾ ਆਪਣਾ ਉਧਰ ਉੱਡ ਗਿਆ, ਫਰੈਡਰਿਕ ਵਾਈਟ। ਇੱਥੇ ਬੱਚੋ ਆਪਣੇ ਕਰੰਟ ਅਫੇਅਰ ਨਾ ਖਤਮ ਹੋ ਜਾਂਦੇ ਆ ਜੂਨ ਤੱਕ ਦੇ, ਹੁਣ ਆਪਾਂ ਜੁਲਾਈ ਤੇ ਆ ਜਾਾਂਗੇ ਬਸ, ਠੀਕ ਹੈ। ਜੁਲਾਈ ਦੇ ਆ ਕਰੰਟ ਅਫੇਅਰ, ਬਈ ਜੁਲਾਈ ਦੇ ਸ਼ੁਰੂ ਹੋ ਗਏ ਇੱਥੋਂ, ਠੀਕ ਹੈ। ਕਿਹੜੀ ਸਟੇਟ ਨੇ ਡਿਸਾਈਡ ਕੀਤਾ ਕਿ ਜਿਹੜੇ ਸਟੇਟ ਦੇ ਮਿਨਿਸਟਰ ਹੈ would have to pay income tax on their salaries and allowances received as minister from their own pockets? ਦੱਸੋ ਬੱਚੋ। ਮੱਧ ਪ੍ਰਦੇਸ਼, ਠੀਕ ਹੈ। ਤਾਂ ਮੱਧ ਪ੍ਰਦੇਸ਼ ਦੇ ਵਿੱਚ ਰਿਫਾਰਮਸ ਆ ਰਿਹਾ ਬਹੁਤ ਜ਼ਿਆਦਾ ਕਿ ਹੁਣ ਤੋਂ ਜਿਹੜੇ ਮਿਨਿਸਟਰ ਹੈ, ਠੀਕ ਹੈ, ਉਹ ਜਿਹੜੇ ਟੈਕਸ ਭਰਨਗੇ ਉਹ ਆਪਣੀ ਪਾਕਟ ਚੋਂ ਭਰਨਗੇ। ਪਹਿਲਾਂ ਸਟੇਟ ਭਰਦੀ ਹੁੰਦੀ ਸੀ ਨਾ, ਤਾਂ ਇਹਨਾਂ ਦੀ ਕੈਪੀਟਲ ਜਿਹੜੀ ਹੁੰਦੀ ਸੀ ਉਹ ਫ੍ਰੀ ਫਰਮ ਟੈਕਸਿਸ ਹੁੰਦੀ ਸੀ, ਸੈਲਰੀ ਤਨਖਾਹ ਤੇ ਕੋਈ ਵਿਆਜ, ਉਹ ਮਤਲਬ ਕੋਈ ਟੈਕਸ ਨਹੀਂ। ਕਲੀਅਰ? ਇਹਨੂੰ ਖਤਮ ਕੀਤਾ ਮੱਧ ਪ੍ਰਦੇਸ਼ ਨੇ, ਤਾਂ ਇੰਪੋਰਟੈਂਟ ਹੈ। ਤਾਂ ਮੱਧ ਪ੍ਰਦੇਸ਼ ਚੀਫ ਮਿਨਿਸਟਰ ਦਾ ਨਾਮ ਯਾਦ ਰੱਖਣਾ ਬੱਚੋ, ਮੋਹਨ ਯਾਦਵ। ਆ ਦੇਖੋ 1972 ਦੇ ਵਿੱਚ ਕੀ ਹੁੰਦਾ ਸੀ ਬੱਚੋ, ਕਿ ਜਿੰਨਾ ਵੀ ਟੈਕਸ ਹੁੰਦਾ ਸੀ ਨਾ ਉਹ ਸਟੇਟ ਭਰਦੀ ਹੁੰਦੀ ਸੀਗੀ, ਸਟੇਟ ਤੋਂ ਜਾਂਦਾ ਹੁੰਦਾ ਸੀਗਾ। ਤਾਂ ਹੁਣ ਇਹਨੂੰ ਖਤਮ ਕੀਤਾ ਆਪਾਂ, ਠੀਕ ਹੈ। ਬ੍ਰਿਕਸ ਗੇਮਸ ਜਿਹੜੀਆਂ ਹੋਈਆਂ 2024, ਇਹਦੇ ਵਿੱਚ ਇੰਡੀਆ ਨੂੰ ਕਿੰਨੇ ਮੈਡਲ ਮਿਲੇ ਆ? ਹਾਊ ਮੈਨੀ ਮੈਡਲਸ ਡਿਡ ਇੰਡੀਆ ਵਨ ਇਨ ਬ੍ਰਿਕਸ ਗੇਮ 2024? ਹਾਂਜੀ ਬੱਚੋ, ਕੋਈ ਪਤਾ ਹੋਵੇ ਕਿਸੇ ਨੂੰ? 29 ਮੈਡਲ ਹੈ ਬੱਚੋ, 29 ਮੈਡਲ ਆਏ ਆ, ਠੀਕ ਹੈ। ਇਹ ਇੰਪੋਰਟੈਂਟ ਨਹੀਂ ਹੈਗਾ, ਇਹ ਯਾਦ ਰੱਖਣਾ ਕਿ ਬ੍ਰਿਕਸ ਗੇਮ ਹੋਈਆਂ ਕਿੱਥੇ ਹੈ? ਰਸ਼ੀਆ ਦੇ ਵਿੱਚ ਹੋਈਆਂ, ਠੀਕ ਹੈ। ਇੰਡੀਆ ਫਸਟ ਸੀਗਾ ਤਾਂ ਕਰਕੇ ਇੰਪੋਰਟੈਂਟ ਹੈ। ਇੰਡੀਆ ਫਸਟ ਹੈ ਰਿਹਾ, ਬੈਲਾਰੂਸ ਸੈਕਿੰਡ, ਚਾਈਨਾ ਥਰਡ। ਕਲੀਅਰ? ਰਸ਼ੀਆ ਨੇ ਟੌਪ ਕੀਤਾ ਕਿ ਰਸ਼ੀਆ ਨੇ ਟੌਪ ਕੀਤਾ ਬੱਚੋ, ਸੌਰੀ, ਰਸ਼ੀਆ ਨੇ ਟੌਪ ਕੀਤਾ, ਇੰਡੀਆ ਨੇ ਨਹੀਂ ਕੀਤਾ। ਫਿਰ ਮੈਂ ਇੱਥੇ ਟੋਟਲ 29 ਮੈਡਲਸ ਪੜ੍ਹੀ ਨਾ, ਮੈਂ ਸੋਚਿਆ ਇੰਡੀਆ ਜਿੱਤਿਆ ਹੋਊਗਾ। ਰਸ਼ੀਆ ਨੇ ਟੌਪ ਕੀਤਾ, ਮਤਲਬ ਇੰਡੀਆ ਪਹਿਲੇ ਥਰਡ ਤੇ ਵੀ ਹੈ ਨਹੀਂ, ਫਿਰ ਇਹਦਾ ਮਤਲਬ ਬੇਲਾਰੂਸ ਤੇ ਚਾਈਨਾ। ਰਸ਼ੀਆ ਨੂੰ ਕੱਲੀ ਨਹੀਂ 266 ਮਿਲੇ, ਦੱਸੋ। ਹਾਂਜੀ, ਗੋਲਡ ਮੈਡਲ ਗਲਤ ਹੈ, ਇੰਨਾ ਨਹੀਂ ਹੋ ਸਕਦਾ, ਪਰ ਚੈੱਕ ਕਰਦੇ ਹਾਂ ਆਪਾਂ। ਬ੍ਰਿਕਸ ਦਾ ਟੇਬਲ ਚੈੱਕ ਕਰਦੇ ਹਾਂ ਆਪਾਂ, ਹੁਣੇ ਪਤਾ ਲੱਗ ਜੂ। ਬ੍ਰਿਕਸ ਗੇਮ 2024 ਮੈਡਲ ਟੈਲੀ।
ਹੁਣ ਆਪਾਂ ਇਸ ਦੀ ਸਾਈਡ ਤੇ ਚੈੱਕ ਕਰ ਲੈਣਾ, ਇੱਥੋਂ ਤਾਂ ਇਸ ਤੋਂ ਜ਼ਿਆਦਾ ਤਾਂ ਸਹੀ ਇਨਫੋਰਮੇਸ਼ਨ ਨਹੀਂ ਮਿਲ ਸਕਦੀ ਆਪਾਂ ਨੂੰ। ਵਾਕਈ ਠੀਕ ਹੈ, ਰਸ਼ੀਆ 266 골ਡ ਮੈਡਲ, ਇੰਡੀਆ ਤਾਂ ਨੇੜੇ ਤੇੜੇ ਵੀ ਹੈ ਨਹੀਂ ਫਿਰ ਇਹਨੇ 266 골ਡ ਮੈਡਲ ਤੋਂ। ਇੰਡੀਆ ਟੌਪ 5 ਚ ਵੀ ਨਹੀਂ ਹੈਗਾ ਬੱਚੋ, ਠੀਕ ਹੈ। ਸੈਕਿੰਡ ਵਾਲਾ ਪਰਸਨ ਤੇ ਰਸ਼ੀਆ ਚ ਹੀ ਬਹੁਤ ਫਰਕ ਹੈ, ਮਤਲਬ ਡਬਲ ਦਾ ਹੀ ਫਰਕ ਹੈ, ਤੁਸੀਂ ਇਹ ਸੋਚੋ। ਸਪੋਰਟਸ ਦੇ ਮਾਮਲੇ 'ਚ ਆਪਣਾ ਹੱਥ ਥੋੜਾ ਤੰਗ ਹੀ ਹੈ, ਸਪੋਰਟਸ ਨੂੰ ਮਤਲਬ ਆਪਣੇ ਨਹੀਂ ਕੀਤਾ ਜਾਂਦਾ ਨਾ ਪ੍ਰਮੋਟ। ਹਾਂ ਕ੍ਰਿਕਟ ਨੂੰ ਹੀ ਰੱਖਿਆ ਜਾਂਦਾ, ਕ੍ਰਿਕਟ 'ਚ ਹਰ ਕੋਈ ਜਾ ਨਹੀਂ ਪਾਉਂਦਾ। ਸਭ ਤੋਂ ਜ਼ਿਆਦਾ ਇਵੈਂਟ ਕਿਸੇ ਵੀ ਗੇਮ 'ਚ ਕਿਸੇ ਦੇ ਵੀ ਹੁੰਦੇ ਆ ਨਾ, ਦੈਟ ਇਜ਼ ਸਵਿਮਿੰਗ। ਸਭ ਤੋਂ ਜ਼ਿਆਦਾ ਇਵੈਂਟ ਸਵਿਮਿੰਗ ਦੇ ਹੁੰਦੇ ਆ, ਤਾਂ ਦੇਖੋ ਜਿਹੜੇ ਦੇਸ਼ 'ਚ ਸਵਿਮਿੰਗ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ ਉਹਦਾ ਫਾਇਦਾ ਕੀ। ਜੇ ਸਵਿਮਿੰਗ ਹੀ ਇਕੱਲੀ ਆਪਣੇ ਦੇਸ਼ 'ਚ ਵਧੀਆ ਕਰ ਦੇਣਾ ਸਵਿਮਰ ਤਿਆਰ, ਤਾਂ 20 ਤੋਂ 22 ਮੈਡਲ ਪੱਕੇ ਆ, ਹਨਾ। ਮਾਈਕਲ ਫਿਲਿਪਸ ਦਾ ਨਾਮ ਸੁਣਿਆ ਹੋਊਗਾ, ਉਹ ਇਕੱਲੇ ਪਰਸਨ ਕੋਲੇ ਪਤਾ ਨਹੀਂ ਕਿੰਨੀ ਕੰਟਰੀਆਂ ਦੇ ਮੈਡਲਸ ਤੋਂ ਮਿਲਾ ਕੇ ਜ਼ਿਆਦਾ ਮੈਡਲ ਹੈ, 43 ਔਰ 44 골ਡ ਮੈਡਲ ਆ ਉਹ ਬੰਦੇ ਕੋਲੇ ਇਕੱਲੇ ਕੋਲੇ, ਬਿਕੋਜ਼ ਉਹ ਇੰਨੇ ਇਵੈਂਟਸ ਹੁੰਦੇ ਆ ਸਵਿਮਿੰਗ ਦੇ, ਹਰ ਚ ਪਾਰਟਿਸਿਪੇਟ ਕਰਦੇ ਆ, ਹਰ ਕੋਈ 골ਡ ਆ ਜਾਂਦਾ। ਇਹ ਰੂਲ ਹੈ। ਇਸ ਜਿਹੜੀ ਇੰਪੋਰਟੈਂਟ ਗੇਮਸ ਹੈ, ਹੁਣ ਕ੍ਰਿਕਟ ਦਾ ਤਾਂ ਇੱਕ ਹੀ ਇਵੈਂਟ ਹੋਊਗਾ ਆਬਵੀਅਸਲੀ, ਸਵਿਮਿੰਗ ਦੇ ਕਿੰਨੇ ਇਵੈਂਟ ਹੁੰਦੇ ਆ, ਐਥਲੈਟਿਕਸ ਦੇ ਕਿੰਨੇ ਇਵੈਂਟ ਹੁੰਦੇ ਆ, ਇਹਨਾਂ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ। ਇੰਡੀਆ 올림픽 ਰਿਸਰਚ ਐਂਡ ਐਜੂਕੇਸ਼ਨ ਸੈਂਟਰ ਕਿੱਥੇ ਬਣਿਆ ਬੱਚੋ? ਇੰਡੀਆ 올림픽 ਰਿਸਰਚ ਐਂਡ ਐਜੂਕੇਸ਼ਨ ਸੈਂਟਰ, ਹਾਂਜੀ, ਐਨੀਵਨ? ਗੁਜਰਾਤ ਦੇ ਵਿੱਚ ਬਣਿਆ ਬੱਚੋ, ਗਾਂਧੀ ਨਗਰ ਦੇ ਵਿੱਚ, ਠੀਕ ਹੈ। ਨੈਸ਼ਨਲ ਡਿਫੈਂਸ ਯੂਨੀਵਰਸਿਟੀ ਇਨ ਗਾਂਧੀ ਨਗਰ, ਉਸ ਚ ਬਣਾਇਆ ਗਿਆ। ਕਲੀਅਰ? ਤਾਂ ਇੰਡੀਆ ਦੀ ਇਹਨਾਂ ਬਾਰੇ ਯਾਦ ਰੱਖਣਾ, ਪੀਟੀ ਊਸ਼ਾ ਬਾਰੇ, ਤਾਂ ਇੰਡੀਅਨ 올림픽 ਐਸੋਸੀਏਸ਼ਨ ਹੈ ਜਿਹੜੀ, ਹੈ ਨਾ, ਉਹਨਾਂ ਦੀ ਜਿਹੜੀ ਪ੍ਰੈਜ਼ੀਡੈਂਟ ਹੈ, ਤਾਂ ਇੰਪੋਰਟੈਂਟ ਹੈ ਬੱਚੋ। 100th ਫੁੱਲ ਟਾਈਮ ਮੈਂਬਰ ਇੰਟਰਨੈਸ਼ਨਲ ਸੋਲਰ ਅਲਾਇੰਸ ਦਾ ਕੌਣ ਬਣਿਆ? ਫੁੱਲ ਟਾਈਮ ਮੈਂਬਰ ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਹੈਡਕੁਆਟਰ ਗੁਰੂਗ੍ਰਾਮ ਹੈ। ਦੇਖੋ 100 ਤੇ 101 ਆ ਦੋ ਮੈਂਬਰ ਇੰਪੋਰਟੈਂਟ ਆ, ਯਾਦ ਰੱਖਣੇ। ਤਾਂ 100th ਮੈਂਬਰ ਕੌਣ ਬਣਿਆ? ਹਾਂਜੀ, ਸਾਊਥ ਸੁਡਾਨ ਨਹੀਂ, ਸਵੀਡਨ ਨਹੀਂ। ਮਤਲਬ ਸਵੀਡਨ ਚ ਤਾਂ ਸੂਰਜ ਹੀ ਛੇਤੀ ਚ ਨਿਕਲਦਾ, ਉਹਨੂੰ ਮੈਂਬਰ ਬਣਾ ਕੇ ਕੀ ਫਾਇਦਾ, ਹੈ ਨਾ। ਥੋੜਾ ਇਹਨੂੰ ਬਾਹਰ ਕੱਢ ਦੋ ਸਵੀਡਨ ਤਾਂ, ਇਹ ਲਗਾ ਕੇ। ਅੱਛਾ ਪੈਰਾਗੁਏ, ਠੀਕ ਹੈ, ਤਾਂ ਪੈਰਾਗੁਏ ਬਣਿਆ ਜਿਹੜਾ 20 100th ਹੈ, ਠੀਕ ਹੈ, ਤਾਂ ਇੰਪੋਰਟੈਂਟ ਹੈ। COP21 ਹੋਈ ਸੀ ਨਾ, ਉਸ ਟਾਈਮ ਆਪਾਂ ਇਹਨੂੰ ਲਾਂਚ ਕੀਤਾ ਸੀ ISA ਨੂੰ, ਜਿਹੜੀ ਤੁਹਾਡੀ ਇੰਪੋਰਟੈਂਟ ਯਾਦ ਰੱਖਣੀ ਹੈ। COP21 ਪੈਰਿਸ ਦੇ ਵਿੱਚ, ਉਹੀ ਜਿਹਨੂੰ ਯਾਦ ਰੱਖਣਾ, ਪੈਰਿਸ ਸਮਿਟ ਹੋਇਆ ਸੀਗਾ 2015 ਦੇ ਵਿੱਚ, ਉਹ ਤੋਂ ਆਪਾਂ ISA ਬਣਾਇਆ ਸੀਗਾ, ਹੈਡਕੁਆਟਰ ਦੇ ਗੁਰੂਗ੍ਰਾਮ ਚ ਵਿੱਚ ਬਣਾਇਆ। ਤਾਂ 100th ਜਿਹੜਾ ਫੁੱਲ ਟਾਈਮ ਮੈਂਬਰ ਬਣਿਆ ਪੈਰਾਗੁਏ ਬਣਿਆ, 101st ਫੁੱਲ ਟਾਈਮ ਮੈਂਬਰ ਕੌਣ ਬਣਿਆ? ਨੇਪਾਲ ਬਣਿਆ, ਠੀਕ ਹੈ। ਯਾਦ ਰੱਖਣੇ ਦੋ ਇੰਪੋਰਟੈਂਟ ਮੈਂਬਰਸ। ਹੁਨਰ ਇੰਡੀਆ ਫੋਕ ਐਂਡ ਟ੍ਰਾਈਬਲ ਆਰਟ ਐਗਜ਼ੀਬਿਸ਼ਨ ਕਿੱਥੇ ਹੋ ਰਹੀ ਹੈ? ਹੁਨਰ ਇੰਡੀਅਨ ਫੋਕ ਐਂਡ ਟ੍ਰਾਈਬਲ ਆਰਟ ਐਗਜ਼ੀਬਿਸ਼ਨ ਕਿੱਥੇ ਹੋ ਰਹੀ ਹੈ? ਵਿਚ, ਹਾਂਜੀ, ਦੁਬਈ, UAE, ਨਿਊ ਦਿੱਲੀ ਜਾਂ ਪੈਰਿਸ? ਬੱਚੋ ਦੁਬਈ ਦੇ ਵਿੱਚ ਹੋ ਰਹੀ ਹੈ, ਠੀਕ ਹੈ। ਟਾਈਮ ਬਥੇਰੇ ਬੱਚੇ ਗਲਤ ਕਹਿ ਸਕਦੇ, ਨਿਊ ਦਿੱਲੀ ਚ ਨਹੀਂ ਹੋ ਰਹੀ, ਤਾਂ ਦੁਬਈ ਦੇ ਵਿੱਚ ਹੋ ਰਹੀ ਹੈ, ਇੰਪੋਰਟੈਂਟ ਹੈ। ਹੁਨਰ ਇੰਡੀਅਨ ਫੋਕ ਐਂਡ ਟ੍ਰਾਈਬਲ ਆਰਟ ਐਗਜ਼ੀਬਿਸ਼ਨ ਕਿੱਥੇ ਹੋ ਰਹੀ ਹੈ? ਸੋ ਇਟ ਇਜ਼ ਬੀਇੰਗ ਹੈਲਡ ਇਨ UAE। ਡਨ। Where is the first international dairy federation regional dairy conference Asia Pacific 2024 being held? ਹਾਂਜੀ ਬੱਚੋ, ਕਿੱਥੇ ਹੋ ਕੇ ਹਟਿਆ? ਡੈਰੀ ਕਾਨਫਰੰਸ ਹੈ 2024 ਦੀ, ਏਸ਼ੀਆ ਪੈਸੀਫਿਕ ਦੀ, ਕਿੱਥੇ ਹੋ ਕੇ ਹਟੀ ਹੈ? ਹਾਂਜੀ ਬੱਚੋ, ਕੋਚੀ ਦੇ ਵਿੱਚ ਹੋਈ ਹੈ, ਬਿਲਕੁਲ ਸਹੀ ਹੈ, ਠੀਕ ਹੈ। ਕਿੰਨੇ ਆਰਗੇਨਾਈਜ਼ ਕੀਤੀ ਹੈ? ਯੂਨੀਅਨ ਮਿਨਿਸਟਰੀ ਆਫ ਫਿਸ਼ਰੀਜ਼, ਐਨੀਮਲ ਹਸਬੈਂਡਰੀ ਐਂਡ ਡੇਅਰਿੰਗ, ਠੀਕ ਹੈ, ਨਾਲ ਪਾਰਟਨਰਸ਼ਿਪ NDDB, IDF, ਠੀਕ ਹੈ, ਸਾਰੇ ਇਹਨਾਂ ਦੇ ਪਾਰਟਨਰ ਹੈ। ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ, ਇੰਡੀਅਨ ਡੇਅਰੀ ਫੈਡਰੇਸ਼ਨ, ਠੀਕ ਹੈ, ਸਾਰਿਆਂ ਨੇ ਪਾਰਟਨਰਸ਼ਿਪ ਕਰਕੇ ਆਪਣੀ ਇਹ ਬਣਾਈ ਹੈ। ਕਲੀਅਰ? ਕੋਚੀ ਯਾਦ ਰੱਖਣਾ, ਕੋਚੀ ਦੇ ਵਿੱਚ ਹੋਈ ਆ,
देखो ਡੈਰੀ ਦੇ ਉੱਪਰ ਨਾ ਕੁਐਸਚਨ ਆਊਗਾ ਇਸ ਵਾਰ ਕਿਤੇ ਨਾ ਕਿਤੇ ਕਿਉਂਕਿ ਵਰਗਿਸ ਕੁਰੀਅਨ ਠੀਕ ਹੈ ਉਹਨਾਂ ਤੇ ਵੀ ਕੁਐਸਚਨ ਬਣੂਗਾ ਇਸ ਵਾਰ ਤਾਂ ਇੰਪੋਰਟੈਂਟ ਹੈ ਵਾਈਟ ਰੈਵੋਲੂਸ਼ਨ ਕਿਹੜੀ ਮੂਵੀ ਬਣੀ ਸੀ ਵਰਗਿਸ ਕੁਰੀਅਨ ਤੇ ਯਾਦ ਕਰੋ ਇੱਕ ਆਪਾਂ ਪੜ੍ਹੀ ਸੀ ਕਰੰਟ ਅਫੇਅਰ ਦੇ ਵਿੱਚ ਇੱਕ ਮੂਵੀ ਅਹਿਮਦ ਤੋਂ ਸੀਗੀ ਨਹੀਂ ਮੈਦਾਨ ਨਹੀਂ ਸੀ ਅਹਿਮਦ ਤੋਂ ਹੀ ਸੀਗੀ ਵਰਗਿਸ ਕੁਰੀਅਨ ਤੇ ਰੀਸੈਂਟਲੀ ਮੂਵੀ ਬਣੀ ਸੀ ਉਹਦਾ ਨਾਮ ਯਾਦ ਰੱਖਿਓ ਮੇਰੇ ਦਿਮਾਗ 'ਚ ਨਹੀਂ ਆ ਰਹੀ ਪਰ ਸਕਿਪ ਕਰ ਗਿਆ ਅੱਛਾ ਬੱਚੋ ਉਹ ਵੀ ਯਾਦ ਕਰ ਲੈਂਦੇ ਆ ਪੈਨ ਪਿੰਟਰ ਪ੍ਰਾਈਜ਼ 2024 ਦਾ ਕਿਹਨੂੰ ਮਿਲਿਆ ਦੇਖੋ ਸਾਰੇ ਰਾਈਟਰ ਨੂੰ ਮਿਲਦਾ ਹੈ ਅਵਾਰਡ ਠੀਕ ਹੈ ਲਿਟਰੇਰੀ ਅਵਾਰਡ ਹੈ ਪੈਨ ਪਿੰਟਰ ਪ੍ਰਾਈਜ਼ 2024 ਕਿਹਨੂੰ ਮਿਲਿਆ ਹਾਂਜੀ ਅਰੁੰਧੋਤੀ ਰॉय ਠੀਕ ਹੈ ਅਰੁੰਧੋਤੀ ਰॉय ਨੂੰ ਮਿਲਿਆ ਹੈ ਇਹਨਾਂ ਨੂੰ ਬੁੱਕਰ ਪ੍ਰਾਈਜ਼ ਵੀ ਮਿਲਿਆ ਸੀ ਨਾ ਉਹਨਾਂ ਨੂੰ ਮਿਲਿਆ ਹੈ ਕਲੀਅਰ ਯਾਦ ਰੱਖਣਾ ਹੈ ਪ੍ਰਾਈਜ਼ ਲਿਟਰੇਰੀ ਅਵਾਰਡ ਹੈ ਅਰੁੰਧੋਤੀ ਰॉय ਨੂੰ ਮਿਲਿਆ ਕਿਹੜੀ ਕੰਟਰੀ ਬਣੀ ਹੈ ਫਸਟ ਕੰਟਰੀ ਜਿਹੜੀ ਮੂਨ ਤੇ ਜਾ ਕੇ ਸਾਊਥ ਪੋਲ ਤੇ ਜਿੱਥੇ ਆਪਾਂ ਚੰਦਰਯਾਨ ਲੱਗ ਗਏ ਸੀ ਉੱਥੋਂ ਸੈਂਪਲ ਵੀ ਰਿਟਰਨ ਲਿਆਈ ਸਕਸੈਸਫੁਲੀ ਚਾਈਨਾ ਠੀਕ ਹੈ ਕਿਹੜਾ ਹੈ ਨਾ ਚੈਂਗੀ 6 ਮਿਸ਼ਨ ਠੀਕ ਹੈ ਤਾਂ ਇੰਪੋਰਟੈਂਟ ਹੈ ਚੈਂਗੀ 6 ਮਿਸ਼ਨ ਚਾਈਨਾ ਦਾ ਚੈਂਗੀ 6 ਮਿਸ਼ਨ ਯਾਦ ਰੱਖਣਾ ਹੈ ਚਾਈਨਾ ਦਾ ਮਿਸ਼ਨ ਹੈ ਲੌਂਗ ਮਾਰਚ ਰਾਕਟ ਯੂਜ਼ ਕਰਦੇ ਹੈ ਠੀਕ ਹੈ ਤਾਂ ਸਕਸੈਸਫੁਲੀ ਸਾਊਥ ਪੋਲ ਤੋਂ ਮੂਨ ਦੇ ਸੈਂਪਲਸ ਲੈ ਕੇ ਆਏ ਹੈ ਇੰਪੋਰਟੈਂਟ ਕਰੰਟ ਅਫੇਅਰ ਹੈ ਕਲੀਅਰ ਓਕੇ ਬੱਚੋ ਚਲੋ ਇਹ ਇਹਦੇ ਨਾਲ ਆਪਣੇ ਕਰੰਟ ਅਫੇਅਰਸ ਖਤਮ ਹੁੰਦੇ ਆ ਹੁਣ ਆਪਾਂ ਇੰਡੀਅਨ ਪੋਲਿਟੀ ਸਟਾਰਟ ਕਰਾਂਗੇ ਆਪਾਂ ਉਹ ਵੀ ਚੈੱਕ ਕਰ ਲਈ ਨਾ ਆਰਟੀਕਲ 'ਚ ਭੁਲੇਖਾ ਪੈ ਰਿਹਾ ਜਿਹੜਾ सही है बच्चों 93 आर्टिकल है ठीक है माई पार्डन ठीक है गलती हो गई 80 81 सही सीखो अपना लोक सभा राज्यसभा का ड्यूरेशन सीगा 83 ठीक है ड्यूरेशन ऑफ द हाउसेस फुल स्पीकर बारे नहीं 93 आऊगा स्पीकर बारे क्लियर सेट कर सही हो तो सही लिखा होया मतलब ठीक है तेरे दसन च भुलेखा पै गया चलो 5 मिनट का ब्रेक ले लो फिर स्टार्ट कर दे पार्ट 2 की पाई नहीं है पीडीएफ पार्ट 2 की पीडीएफ क्यों नहीं पाई फिर पार्ट 2 जाओ जाओ कोई नहीं 5-10 मिनट्स ब्रेक ले लो शुरू कर दे भई बच्चों अज पा दूंगा पार्ट 2 की थोड़ी ना ट्रांसलेशन पेंडिंग सी नहीं पाई